श्री वाहेगुरु साहिब जी। तिस गुर को हों वारिया, तिस गुर को हों वारिया, जिन हर की हर कथा सुनाई। तिस गुर को सद बलिहारने, जिन हर सेवा बनत बनाई। सो सतगुर प्यारा मेरे नाल है, जिथे किथे मैनू ले छड़ाई। तिस गुर को शाबाश है, जिन हर सोजी पाई। नानक गुर विटों वारिया, जिन हर नाम दिया, मेरे मन की आस पुराई। सो सतगुर धन धन, जिन भरम गढ़ तोड़िया। सो सतगुर वाहो वाहो, जिन हर स्यों जोड़िया। सो सतगुर वाहो वाहो, जिन हर स्यों जोड़िया। निमाणियां दे मान सतगुरु, नताणियां दे ताण, ने आसरियां दा आसरा। राजान राज पानान पान, देवान देव उपमा महान। नानक सोधे सिमरत बेद, पार ब्रह्म गुर नाहि भेद। ऐसे दीन दयाल सतगुरु धन 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 श्री गुरु ग्रंथ साहिब सतगुरु शहनशाह की निर्मल हजूरी च मिल बैठे सन्मानयोग गुरु सवारे सतसंगी जनों, गुरमत विचारां तो पहला बेनती करां, जितने समय वास्ते भी बैठना है यतन करियो कि मन हिरदा टिकिया। प्रभ के उस्तत करो संत मीत। ते जुगत किहड़ी दसी? ढंग सावधान। वाहिगुरू आखो सतनाम श्री। सावधान एकाग्र चित, शरीर करके सावधानता, चित करके बिरती करके एकाग्रता। सारे बख्शियो अदब सहित मिल के गुर फतेह दी सांझ पाइए, कोई रसना बिरथी न रहे। सारे आखो जी वाहिगुरु जी का खालसा वाहिगुरु जी की फतेह। अकाल पुरख वाहिगुरु दी बख्शिश मेहरामन दे पात्र बने। हर साल दी तरह धन श्री गुरु ग्रंथ साहब महाराज सच्चे पातशाह दा पावन गुरता गद्दी दिवस सतगुरु पातशाह दी पावन हजूरी विच उस पावन दिहाड़े नूं समर्पित मिल बैठे हो। सन्मानयोग आदरणीय भाई साहब भाई हरनाम सिंह जी सचखंड श्री हरमंदर साहब दे हजूरी कीर्तनीय आप सारिया संगतां नूं शब्द सरवण करा रहे सन। आग्या पई अकाल की तभी चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे। श्री गुरु ग्रंथ साहिब दी बाणी च कलगीधर पातशाह गुरु गोबिंद सिंह साहब दी बाणी च
ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ 'ਚ ਜਿੱਥੇ ਵੀ ਕਿਤੇ ਪ੍ਰਗਟ ਸ਼ਬਦ ਆਇਆ ਨਾ, ਪ੍ਰਗਟਿਓ ਸ਼ਬਦ ਆਇਆ, ਪ੍ਰਗਟਿਆ ਲਫ਼ਜ਼ ਆਇਆ, ਪ੍ਰਗਟੀ ਆਏ ਸ਼ਬਦ ਵੀ ਆਇਆ ਬਾਣੀ 'ਚ, ਸੰਬੰਧ ਪ੍ਰਗਟ ਨਾਲ। ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਗੁਰਦਾਸ ਜੀ ਦੀ ਰਚਨਾ 'ਚ ਵੀ ਤੇ ਕਲਗੀਧਰ ਪਾਤਸ਼ਾਹ ਦੀ ਰਚਨਾ 'ਚ ਜਿੱਥੇ ਪ੍ਰਗਟ ਸ਼ਬਦ ਆ ਗਿਆ, ਪ੍ਰਗਟਿਓ ਸ਼ਬਦ ਆ ਗਿਆ, ਪ੍ਰਗਟੀ ਆਏ ਸ਼ਬਦ ਆ ਗਿਆ, ਪ੍ਰਗਟਿਆ ਲਫ਼ਜ਼ ਆ ਗਿਆ, ਉੱਥੇ ਉਹਦੇ ਵਾਸਤੇ ਆਇਆ ਵਾ ਜਿਹੜਾ ਮਰਦਾ ਨਹੀਂ ਹੈ, ਜਿਹੜਾ ਖਤਮ ਨਹੀਂ ਹੁੰਦਾ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਦੋ ਪੰਕਤੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ, ਬਾਤ ਸਪਸ਼ਟ ਹੋ ਜਾਏ। ਪ੍ਰਗਟ ਸ਼ਬਦ ਇਹ ਅਲਫਾਜ਼ ਵਰਤੇ ਹੀ ਉੱਥੇ ਆ ਜਿਸ ਨੂੰ ਮੌਤ ਨਹੀਂ ਆਉਂਦੀ, ਅਬਨਾਸੀ ਹੈ ਜਿਹੜਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਇੱਕ ਬਚਨ ਪੜ੍ਹਿਆ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮਰਨੀ ਤੇ ਨਹੀਂ ਨਾ, ਖਤਮ ਤੇ ਨਹੀਂ ਹੋਣੀ। ਜਿਹੜਾ ਆਪ ਅਬਨਾਸੀ ਹੈ ਉਹਦੀ ਵਡਿਆਈ ਵੀ ਅਬਨਾਸੀ, ਜਿਹੜਾ ਆਪ ਅਬਨਾਸੀ ਹੈ ਉਹਦੀ ਮਹਿਮਾ ਵੀ ਅਬਨਾਸੀ ਹੈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਅਬਨਾਸੀ ਹੈ, ਖਤਮ ਨਹੀਂ ਹੋਣੀ। ਭਗਤ ਕਬੀਰ ਸਾਹਿਬ ਨੇ ਵੀ ਬਾਣੀ 'ਚ ਇੱਕ ਬਚਨ ਵਰਤਿਆ, ਉਹ ਕਹਿੰਦੇ ਰਾਮ ਰਮਤ ਮਤ ਪ੍ਰਗਟੀ ਆਈ। ਉਹ ਮਤ ਮੈਨੂੰ ਮਿਲ ਗਈ ਜਿਹੜੀ ਪ੍ਰੀਤਮ ਦੇ ਦੇਸ਼ ਤੱਕ ਲੈ ਜਾਂਦੀ ਹੈ। ਉਹ ਅਕਲ ਮੇਰੇ ਅੰਦਰ ਪ੍ਰਗਟ ਹੋ ਗਈ ਜਿਹੜੀ ਨਿਰੰਕਾਰ ਦੇ ਦੇਸ਼ ਤੱਕ, ਰੱਬ ਦੇ ਘਰ ਤੱਕ ਮੈਨੂੰ ਲੈ ਜਾਂਦੀ ਹੈ। ਜਿਹੜੀ ਪ੍ਰੀਤਮ ਦੇ ਦੇਸ਼ ਤੱਕ ਲੈ ਜਾਏ, ਰੱਬ ਦੇ ਘਰ ਤੱਕ ਲੈ ਜਾਏ, ਜਿਹੜੀ ਉਹਨੂੰ ਕਿਵੇਂ ਨਾਸ਼ਮਾਨ ਤੇ ਬਿਨਸ ਜਾਣ ਵਾਲੀ ਕਹਿ ਲਈ। ਚਾਰ ਬਚਨ ਹੁਣ ਮੈਂ ਤੁਹਾਡੇ ਨਾਲ ਸਾਂਝੇ ਕਰਨੇ। ਗੁਰੂ ਗ੍ਰੰਥ ਸਾਹਿਬ ਦਾ ਦਿਹਾੜਾ ਮਨਾ ਰਹੇ ਹਾਂ। ਚਾਰ ਬਚਨ ਜਿਹੜਾ ਪ੍ਰਗਟਦਾ ਆ, ਨਾਸ਼ ਨਹੀਂ ਹੁੰਦਾ, ਮਰਦਾ ਨਹੀਂ ਹੈ। ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸੰਸਾਰ ਵਿੱਚ ਆਉਣ ਦੀ ਬਾਤ ਪਾਈ ਤੇ ਸ਼ਬਦ ਕੀ ਵਰਤਿਆ? ਸਤਿਗੁਰ ਨਾਨਕ ਕੀ ਹੋਇਆ ਜੀ? ਪ੍ਰਗਟਿਆ। ਜਿਹੜਾ ਜੰਮਦਾ ਵਾ ਉਹ ਮਰ ਜਾਂਦਾ, ਜਿਹੜਾ ਉਪਜਦਾ ਵਾ ਬਿਨਸ ਜਾਂਦਾ। ਬਾਣੀ ਦਾ ਬਚਨ ਹੈ, ਜੋ ਉਪਜਿਓ ਸੋ ਬਿਨਸ ਹੈ। ਕੋਈ ਅੱਜ ਬਿਨਸ ਜੇ, ਕੋਈ ਕੱਲ। ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਜਿਹੜਾ ਉਪਜਦਾ ਹੈ ਉਹ ਬਿਨਸ ਜਾਂਦਾ ਹੈ, ਜਿਹੜਾ ਜੰਮਦਾ ਮਰ ਜਾਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਸਹਿਸਕ੍ਰਿਤੀ ਦੇ ਸ਼ਲੋਕਾਂ 'ਚ ਬਚਨ ਆਖਿਆ, ਕਹਿੰਦੇ ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ। ਜਿਸ ਦਾ ਜਨਮ ਹੈ ਉਸ ਦੀ ਮੌਤ ਹੈ, ਜਿਹੜਾ ਉਪਜਦਾ ਹੈ ਉਹ ਬਿਨਸ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਹ ਨਹੀਂ ਆਖਿਆ ਸਤਿਗੁਰ ਨਾਨਕ ਜਨਮਿਆ, ਇਹ ਨਹੀਂ ਆਖਿਆ ਸਤਿਗੁਰ ਨਾਨਕ ਉਪਜਿਆ। ਕੀ ਹੈ ਜੀ? ਸਤਿਗੁਰ ਨਾਨਕ ਪ੍ਰਗਟਿਆ। ਇੱਕ ਵਚਨ। ਦੂਸਰਾ, ਜਦੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੰਸਾਰ 'ਚ ਆਏ ਤੇ ਦੂਜੇ ਭਾਈ ਗੁਰਦਾਸ ਜਿਨ੍ਹਾਂ ਨੇ ਇਹ ਬਚਨ ਵਰਤੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਉਹ ਕਲਗੀਧਰ ਪਾਤਸ਼ਾਹ ਦੇ ਬਾਰੇ 'ਚ ਪਤਾ ਕੀ ਕਹਿੰਦੇ ਜੀ? ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਕਰਦੇ ਆ, ਕਹਿੰਦੇ ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਚੇਤੇ ਰੱਖਿਓ, ਸਤਿਗੁਰ ਨਾਨਕ ਵੀ ਪ੍ਰਗਟਿਆ ਤੇ ਜੁਗਾਂ ਤੱਕ ਰਹੇਗਾ, ਅਬਨਾਸੀ ਹੈ, ਨਾਸ਼ ਨਹੀਂ ਹੋਣਾ। ਤੇ ਦਸ਼ਮੇਸ਼ ਪਿਤਾ ਉਹ ਵੀ ਪ੍ਰਗਟਿਆ। ਇੱਕ ਹੋਰ ਬੇਨਤੀ ਲਈ ਮਾਫ ਕਰਿਓ, ਕਦੇ ਕਦੇ ਆਪਾਂ ਅਵਤਾਰ ਦਿਹਾੜਾ ਵੀ ਕਹਿ ਦਿੰਦੇ। ਅਵਤਾਰ, ਅਵਤਾਰ ਦਾ ਅੱਖਰੀ ਅਰਥ ਜੰਮਣਾ ਹੈ। ਸਿਰਫ ਇੱਕ ਪੰਕਤੀ ਬਾਣੀ ਚੋਂ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਸਤਿਗੁਰ ਦਾ ਅਵਤਾਰ ਦਿਹਾੜਾ ਆਪਾਂ ਸਹਿਜ ਸੁਭਾਏ ਕਿਨੇ ਆ, ਸੁਤੇ ਸਿੱਧ ਹੈ ਤੇ ਸਤਿਕਾਰਤ ਸ਼ਬਦ ਹੋਏਗਾ। ਅਵਤਾਰੀ ਪੁਰਸ਼ ਵੀ ਦੁਨੀਆ 'ਚ ਆਏ। ਗੁਰੂ ਦਾ ਅਵਤਾਰ ਹੋਇਆ ਇਸ ਦਿਨ, ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ। 13ਵਾਂ ਸ਼ਲੋਕ ਪੜੋ ਸੁਖਮਨੀ ਸਾਹਿਬ ਦਾ, 13ਵਾਂ ਸ਼ਲੋਕ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ। ਅਵਤਾਰ ਦਾ ਅਰਥ ਕੀ ਆਇਆ? ਨਿੰਦਕ ਨੂੰ ਆਖਿਆ, ਨਿੰਦਕ ਨੂੰ, ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ, ਕਿਸੇ ਸਾਧੂ ਮਹਾਂਪੁਰਸ਼ ਦੀ ਨਿੰਦਿਆ ਕਰਦਾ, ਕਿਸੇ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ, ਜਿਹੜਾ ਰੱਬ ਦੇ ਪਿਆਰੇ ਦਾ, ਗੁਰੂ ਦਾ ਬੰਦਗੀ ਕਰਨ ਵਾਲਿਆਂ ਦਾ ਨਿੰਦਕ ਵਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ
ਅਵਤਾਰ ਸਤਿਗੁਰ ਪ੍ਰਗਟਿਆ ਵਾ, ਸਤਿਗੁਰ ਦਾ ਪ੍ਰਕਾਸ਼ ਉਤਸਵ ਆ, ਆਗਮਨ ਦਿਹਾੜਾ ਹੈ। ਬੇਨਤੀ ਸੁਣਿਓ, ਦੋ ਬਚਨ ਸਾਂਝੇ ਕਰ ਲੈ। ਸਤਿਗੁਰ ਨਾਨਕ ਪ੍ਰਗਟਿਆ, ਜੁਗੋ ਜੁਗ ਅਟਲ, ਜੁਗਾਂ ਤੱਕ ਰਹੇਗਾ। ਦਸ਼ਮੇਸ਼ ਪਿਤਾ ਸੰਸਾਰ ਜਗਤ ਵਿੱਚ ਆਏ। ਦੂਜੇ ਭਾਈ ਗੁਰਦਾਸ, ਇਹਨਾਂ ਨੂੰ ਭਾਈ ਗੁਰਦਾਸ ਸਿੰਘ ਵੀ ਕਹਿੰਦੇ ਆ, ਉਹਨਾਂ ਨੇ ਬਚਨ ਵਰਤੇ ਦਸ਼ਮੇਸ਼ ਪਿਤਾ ਦੀ ਉਪਮਾ ਚ, ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਤੀਸਰਾ ਬਚਨ ਸਨ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸ਼ਮੇਸ਼ ਪਿਤਾ ਨੇ ਖਾਲਸਾ ਸਾਜਿਆ। ਤੇ ਹੁਣ ਪੁੱਛਿਆ ਮੇਰੇ ਸਤਿਗੁਰਾ, ਇਹ ਜਿਹੜਾ ਖਾਲਸਾ ਵਾ ਇਹ ਕਿਹੋ ਜਿਹਾ? ਇਹ ਖਾਲਸਾ ਉਪਜਿਆ ਹੈ? ਇਹ ਖਾਲਸਾ ਜਨਮਿਆ ਵਾ? ਦਸ਼ਮੇਸ਼ ਪਿਤਾ ਨੇ ਉਹ ਵਡਿਆਈ, ਉਹ ਸਤਕਾਰ, ਉਹ ਲਫ਼ਜ਼, ਉਹ ਬੋਲ, ਤੁਸੀਂ ਹੈਰਾਨ ਹੋਵੋਗੇ। ਪੰਗਤੀਆਂ ਆਪਾਂ ਸਾਰਿਆਂ ਨੂੰ ਆਉਂਦੀਆਂ ਵਾ, ਪਰ ਬਾਤ ਸਾਂਝੀ ਕਰਨ ਦੀ, ਵਿਚਾਰ ਕਰਨ ਦੀ ਆ। ਖਾਲਸਾ ਉਪਜਿਆ ਵਾ, ਖਾਲਸਾ ਜਨਮਿਆ ਵਾ। ਦਸ਼ਮੇਸ਼ ਪਿਤਾ ਕਹਿੰਦੇ ਨਹੀਂ। ਕੀ ਆ ਖਾਲਸਾ ਜੀ? ਕਹਿੰਦੇ ਜਿਹੜੇ ਬੋਲ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਵਾਸਤੇ ਵਰਤੇ ਆ। ਤੁਸੀਂ ਹੈਰਾਨ ਹੋਵੋਗੇ, ਜਿਹੜੇ ਬੋਲ ਗੁਰੂ ਨਾਨਕ ਦੁਨੀਆ ਤੇ ਆਏ ਤੇ ਭਾਈ ਗੁਰਦਾਸ ਜੀ ਨੇ ਵਰਤੇ, ਸਜਣੋ, ਉਹੀਓ ਬੋਲ, ਉਹੀਓ ਲਫ਼ਜ਼ ਕਲਗੀਧਰ ਪਾਤਸ਼ਾਹ ਨੇ ਖਾਲਸੇ ਵਾਸਤੇ ਵਰਤੇ। ਗੁਰੂ ਨਾਨਕ ਦੇਵ ਸਾਹਿਬ ਨੂੰ ਆਖਿਆ ਸੀ ਸਤਿਗੁਰ ਨਾਨਕ ਪ੍ਰਗਟਿਆ। ਦਸ਼ਮੇਸ਼ ਪਿਤਾ ਨੂੰ ਕਿਹਾ ਸੀ ਪ੍ਰਗਟਿਓ ਮਰਦ ਅਗੰਮੜਾ। ਤੇ ਜਦੋਂ 1699 ਦੀ ਸਨ ਵਿਸਾਖੀ ਨੂੰ ਖਾਲਸਾ ਸਾਜ ਦਿੱਤਾ, ਤੇ ਖਾਲਸੇ ਵੱਲ ਹੱਥ ਕਰਕੇ ਮੇਰਾ ਬਾਜਾਂ ਵਾਲਾ ਬੋਲਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ। ਆਖੋ ਸਤਨਾਮ ਸ਼੍ਰੀ। ਇਹ ਵੀ ਪ੍ਰਗਟਿਆ ਵਾ। ਤੇ ਕਿਤਨੀ ਕਮਾਲ ਦੀ ਬਾਤ, ਕਹਿੰਦੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਬਣਾਇਆ, ਕਿਉਂਕਿ ਇਹ ਪ੍ਰਗਟਿਆ, ਮੈਂ ਥੋੜੀ ਪ੍ਰਗਟਾਉਣਾ ਇਹਨੂੰ। ਜਿਹੜਾ ਖਾਲਸਾ ਵਾ, ਏਡਾ ਵੱਡਾ ਮਾਣ ਫਿਰ ਖਾਲਸੇ ਦੀ ਝੋਲੀ ਚ ਪਾ ਦਿੰਦੇ ਆ। ਕਹਿਣ ਲੱਗੇ ਮੈਂ ਨਹੀਂ ਇਹਨੂੰ ਪ੍ਰਗਟਾਇਆ, ਇਹ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟਿਆ ਵਾ। ਜਿਵੇਂ ਗੁਰੂ ਨਾਨਕ ਪ੍ਰਗਟਿਆ ਵਾ, ਤੇ ਜਿਵੇਂ ਉਸੇ ਦਸ਼ਮੇਸ਼ ਪਿਤਾ ਦੀ ਵਡਿਆਈ ਚ ਕਹਿੰਦੇ ਆ ਪ੍ਰਗਟਿਓ ਮਰਦ ਅਗੰਮੜਾ, ਤੇ ਦਸ਼ਮੇਸ਼ ਪਿਤਾ ਖਾਲਸੇ ਵੱਲ ਹੱਥ ਕਰਕੇ ਉਹੀਓ ਬਚਨ ਖਾਲਸੇ ਦੀ ਝੋਲੀ ਚ ਪਾ ਦੇਣ। ਇਹਦੇ ਨਾਲੋਂ ਵੱਡਾ ਸਤਿਕਾਰ, ਇਹਦੇ ਨਾਲੋਂ ਵੱਡਾ ਅਦਬ, ਇਹਦੇ ਨਾਲੋਂ ਵੱਡਾ ਮਾਣ ਹੋਰ ਕਿਹੜਾ ਚਾਹੀਦਾ? ਕੀ ਕਹਿ ਦੇਣ ਕਲਗੀਧਰ ਪਾਤਸ਼ਾਹ ਖਾਲਸੇ ਦੀ ਵਡਿਆਈ ਚੋਰ? ਕਹਿਣ ਲੱਗੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮਾਤਮ ਕੀ ਮੌਜ। ਇੱਕ ਬੇਨਤੀ ਖਾਲਸੇ ਵਾਸਤੇ ਹੋਰ ਸਾਂਝੀ ਕਰਦੇ ਨੇ, ਇਸ ਤੋਂ ਵੀ ਅੱਗੇ ਹੋਰ ਬਾਤ ਇੱਕ ਕਲਗੀਧਰ ਪਾਤਸ਼ਾਹ ਨੇ ਵਰਤੀ। ਜਦੋਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕ ਲਿਆ ਨਾ, ਪੰਜਾਂ ਪਿਆਰਿਆਂ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਜਦੋਂ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਬਹਿ ਗਏ ਵੀ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਇਹ ਬਾਤਾਂ ਆਪਾਂ ਬਹੁਤ ਵਾਰੀ ਸੁਣੀਆਂ, ਉਹ ਨਹੀਂ ਮੈਂ ਸਾਂਝੀ ਕਰਦੀ, ਧਿਆਨ ਦਿਓ ਜੀ। ਜਦੋਂ ਕਲਗੀਧਰ ਪਾਤਸ਼ਾਹ ਨੇ ਵੀ ਅੰਮ੍ਰਿਤ ਛਕ ਲਿਆ, ਪੰਜਾਂ ਕਕਾਰਾਂ ਦੇ ਧਾਰਨੀ ਹੋ ਗਏ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ। ਹੁਣ ਖਾਲਸੇ ਦਾ ਪਿਤਾ, ਅੱਜ ਜਿਹੜੇ ਅੰਮ੍ਰਿਤਧਾਰੀ ਹੈ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ, ਉਹਨਾਂ ਨੂੰ ਪਤਾ ਹੋਏਗਾ ਖਾਲਸੇ ਦਾ ਧਰਮ ਦਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਖਾਲਸੇ ਦੀ ਮਾਂ ਸਤਿਕਾਰਯੋਗ ਮਾਤਾ ਸਾਹਿਬ ਕੌਰ। ਹੁਣ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ, ਖਾਲਸੇ ਦਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਹੁਣ ਅੰਮ੍ਰਿਤ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਛਕ ਲਿਆ, ਅੰਮ੍ਰਿਤ ਤੇ ਕਲਗੀਧਰ ਪਾਤਸ਼ਾਹ ਨੇ ਵੀ ਛਕਿਆ। ਜਿਵੇਂ ਉਹਨਾਂ ਪੰਜਾਂ ਪਿਆਰਿਆਂ ਨੇ ਜਾਂ ਖਾਲਸੇ ਨੇ 5 ਘੁੱਟ ਪੀਤੇ ਆ, ਅੱਖਾਂ 'ਚ 5 ਛੱਟੇ ਮਰਵਾਏ, ਕੇਸਾਂ 'ਚ 5 ਚੁਲੇ ਪਾਏ, ਉਦਾਂ ਹੀ ਕਲਗੀਧਰ ਪਾਤਸ਼ਾਹ ਨੂੰ ਵੀ 5 ਘੁੱਟ ਅੰਮ੍ਰਿਤ ਦੇ ਛਕਾਏ। ਅੱਖਾਂ 'ਚ ਵੀ ਉਦਾਂ ਹੀ ਛੱਟੇ ਵੱਜੇ, ਕੇਸਾਂ ਦੇ ਵਿੱਚ ਵੀ ਉਦਾਂ ਹੀ ਅੰਮ੍ਰਿਤ ਪਾਇਆ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਨਾਲ ਨਾਲ ਗਜਾਈ। ਹੁਣ ਪੁੱਛਿਆ ਬਾਜਾਂ ਵਾਲਿਆ, ਜੇ ਅਸੀਂ ਅੱਜ ਅੰਮ੍ਰਿਤ ਪਾਨ ਕੀਤਾ ਤੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਸਾਡੀ ਮਾਂ ਮਾਤਾ ਸਾਹਿਬ ਕੌਰ ਅੰਮ੍ਰਿਤ ਤੇ ਤੂੰ ਵੀ ਛਕਿਆ, ਤੇਰਾ ਬਾਪੂ ਕੌਣ ਆ ਅੱਜ ਤੱਕ? ਤੂੰ ਦੱਸ ਹੁਣ। ਆਖੋ ਸਤਨਾਮ ਸ਼੍ਰੀ। ਹਾਂ, ਵੇਖਿਓ ਸਿੱਖੀ, ਆ ਸਿੱਖੀ, ਇਹ ਮਾਣ ਜਿਹੜਾ ਉਹਨੇ ਖਾਲਸੇ ਦੀ ਝੋਲੀ ਚ ਪਾਇਆ, ਦਸ਼ਮੇਸ਼ ਪਿਤਾ। ਕਹਿਣ ਲੱਗੇ 5 ਘੁੱਟ ਅੰਦਰ ਚਲ ਗਏ, ਦੁਨੀਆ ਵਾਲੇ ਬਾਪੂ ਦਾ ਨਾਂ ਹੀ ਨਹੀਂ ਲੈਂਦੇ ਹੁਣ ਵੀ ਤੂੰ ਖਾਲਸਾ ਵਾ, ਖਾਲਸਾ।
ਤੇ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤੂੰ ਖਾਲਸਾ ਵਾਂ। ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਆ। ਖਾਲਸੇ ਦਾ ਨਗਰ ਇਹ ਆਨੰਦਪੁਰ ਸਾਹਿਬ ਦਾ ਵਾਸੀ ਹੈ। ਤੇ ਬਾਜਾਂ ਵਾਲਿਆ ਉਹੀਓ 5 ਕੋਟੋਸੇ ਬਾਟੇ ਚੋਂ ਤੁਹਾਨੂੰ ਵੀ ਛਕਾਏ ਆ। ਜਿਵੇਂ ਮੈਂ ਦਇਆ ਰਾਮ ਤੋਂ ਦਇਆ ਸਿੰਘ, ਧਰਮਦਾਸ ਤੋਂ ਧਰਮ ਸਿੰਘ ਅਸੀਂ ਬਣੇ ਆ, ਤੁਸੀਂ ਵੀ ਤਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹੋ। ਤੁਹਾਡਾ ਬਾਪੂ ਕੌਣ ਫਿਰ ਅੱਜ ਤੋਂ? ਤੁਹਾਡਾ ਪਿਤਾ ਕੌਣ? ਤੁਹਾਡੀ ਮਾਂ ਕੌਣ ਹੈ? ਆਹ ਮੇਰਾ ਦਸ਼ਮੇਸ਼ ਪਿਤਾ ਦਾਤਾ ਜੀ ਬੋਲਿਆ, ਬੜੀ ਕਮਾਲ ਦੀ ਬਾਤ ਸੱਜਣੋ। ਕਹਿਣ ਲੱਗੇ ਸੁਣ ਲਓ ਫਿਰ। ਕਹਿੰਦੇ ਤੁਸੀਂ ਤੇ ਮੈਨੂੰ ਕੱਲਾ ਬਾਪੂ ਹੀ ਬਣਾਇਆ ਨਾ, ਪਿਤਾ ਹੀ, ਬਾਪ, ਬਾਪੂ ਦਾ ਮਤਲਬ ਬਾਪ। ਤੁਸੀਂ ਤੇ ਕੱਲਾ ਮੈਨੂੰ ਬਾਪ ਹੀ ਬਣਾਇਆ ਨਾ, ਆਪਣਾ ਪਿਤਾ। ਤੇ ਗੁਰੂ ਗੋਬਿੰਦ ਸਿੰਘ ਸਾਡਾ ਅੱਜ ਤੋਂ ਪਿਤਾ, ਬਾਪ ਹੈ ਸਾਡਾ। ਮਾਂ ਤੇ ਤੁਹਾਡੀ ਸਾਹਿਬ ਕੌਰ ਹੀ ਹੈ ਨਾ, ਮਾਤਾ ਤੇ ਤੁਹਾਡੀ ਸਾਹਿਬ ਕੌਰ, 2 ਜਣੇ ਚੁਣੇ ਨਾ ਤੁਸੀਂ, ਆ ਬਾਪ ਤੇ ਆ ਪਿਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸਾਡਾ ਬਾਪ ਤੇ ਮਾਤਾ ਸਾਹਿਬ ਕੌਰ ਸਾਡੀ ਮਾਤਾ। ਤੁਸੀਂ ਤੇ 2 ਜਣਿਆਂ ਨੂੰ ਚੁਣਿਆ ਨਾ, ਮਾਤਾ ਤੇ ਤੁਹਾਡੀ ਹੋਈ ਹੈ, ਮੈਂ ਤੇ ਕੱਲਾ ਪਿਤਾ ਹੀ ਹਾਂ ਨਾ। ਕਹਿਣ ਲੱਗੇ ਹੁਣ ਮੇਰੇ ਬੋਲ ਸੁਣਿਓ, ਪੜ੍ਹ ਕੇ ਵੇਖੋ ਕਦੇ ਕਲਗੀਧਰ ਪਾਤਸ਼ਾਹ ਦੇ ਉਹ ਬਚਨ ਜਿਹੜੇ ਖਾਲਸੇ ਦੀ ਵਡਿਆਈ ਚ ਮਹਾਰਾਜ ਨੇ ਕਹੇ। ਇੱਕ ਤੇ ਉਹ ਬਚਨ ਖਾਲਸੇ ਦੀ ਝੋਲੀ ਚ ਪਾਤਾ, ਬੜਾ ਕੁਛ ਖਾਲਸੇ ਦੀ ਝੋਲੀ ਚ ਪਾਇਆ। ਇੱਕ ਤੇ ਉਹ ਆਖਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਦੋਂ ਮਾਂ ਪਿਓ ਦੀ ਗੱਲ ਛਿੜੀ ਨਾ ਤੇ ਕਲਗੀਧਰ ਪਾਤਸ਼ਾਹ ਮੇਰੇ ਦਾਤਾ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਖਾਲਸਾ ਮੇਰੋ ਮਿੱਤਰ ਸਖਾਈ। ਖਾਲਸਾ ਮੇਰਾ ਮਿੱਤਰ ਆ, ਖਾਲਸਾ ਮੇਰਾ ਸਖਾ ਆ, ਖਾਲਸਾ ਮੇਰਾ ਦੋਸਤ ਆ, ਦੋਸਤ। ਪੁੱਛਿਆ ਹੋਰ ਵੀ ਆ ਕੁਝ? ਇਹ ਜਿਹੜਾ ਖਾਲਸਾ ਇਹ ਤੁਹਾਡਾ ਮਿੱਤਰ ਆ, ਖਾਲਸਾ ਤੁਹਾਡਾ ਦੋਸਤ ਆ, ਹੋਰ ਕੀ ਆ ਖਾਲਸਾ? ਦੋਵੇਂ ਚੀਜ਼ਾਂ ਤੁਹਾਡੀ ਝੋਲੀ ਚ ਪਾਤੀਆਂ ਉਹਨੇ। ਤੁਸੀਂ ਤੇ ਇੱਕ ਪਾਈ ਨਾ ਉਹਦੀ ਝੋਲੀ ਚ ਵੀ ਤੂੰ ਸਾਡਾ ਬਾਪ ਹੈ ਤੇ ਮਾਂ ਸਾਡੀ ਆ ਬੈਠੀ ਲਾਗੇ। ਕਹਿਣ ਲੱਗੇ ਖਾਲਸੇ ਵੱਲ ਹੱਥ ਕਰਕੇ ਮੇਰਾ ਦਾਤਾ ਬੋਲਿਆ, ਕਹਿਣ ਲੱਗੇ ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਤੂੰ ਮੇਰੀ ਮਾਂ ਵੀ ਆ ਖਾਲਸਾ ਤੇ ਤੂੰ ਮੇਰਾ ਪਿਤਾ ਵੀ ਆ। ਤੇ ਕੱਲਾ ਮਾਂ ਪਿਓ ਹੀ ਨਹੀਂ, ਕਹਿੰਦੇ ਤੂੰ ਮੈਨੂੰ ਸੁਖ ਦੇਣਾ, ਤੂੰ ਮੈਨੂੰ ਸੁਖ ਦੇਣ ਵਾਲਾ। ਆਪਾਂ ਉਹਦੇ ਚਰਨਾਂ 'ਚ ਝੋਲੀਆਂ ਅੱਡ ਕੇ ਸੁਖ ਮੰਗਦੇ ਆ ਕਿ ਬਾਜਾਂ ਵਾਲਿਆ ਸਾਨੂੰ ਸੁਖ ਦੇ। ਦਸ਼ਮੇਸ਼ ਪਿਤਾ ਆ ਦੁੱਖ ਕੱਟ ਕੇ ਸੁਖ ਸਾਡੀ ਝੋਲੀ 'ਚ ਪਾ ਦੇ। ਉਹ ਕਲਗੀਧਰ ਦਾਤਾ ਖਾਲਸੇ ਵੱਲ ਹੱਥ ਕਰਕੇ ਆਖਦੇ ਖਾਲਸਾ ਮਾਤ ਪਿਤਾ ਸੁਖਦਾਈ। ਇਹ ਮੇਰੀ ਮਾਂ, ਇਹ ਮੇਰਾ ਪਿਤਾ, ਇਹ ਮੈਨੂੰ ਸੁਖ ਦੇਣ ਵਾਲਾ, ਇਹ ਸੁਖਦਾਇਕ ਆ। ਇਹ ਖਾਲਸਾ ਮੇਰੀ ਝੋਲੀ ਵਿੱਚ ਸੁਖ ਪਾਉਂਦਾ ਆ। ਬੜੇ ਬੜੇ ਵੱਡੇ ਮਾਣ। ਪੁੱਛਿਆ ਹੋਰ ਵੀ ਕੁਛ? ਇਹ ਤੁਹਾਡਾ ਮਿੱਤਰ ਆ, ਖਾਲਸਾ ਤੁਹਾਡਾ ਦੋਸਤ ਸਖਾ ਵਾ, ਖਾਲਸਾ ਤੁਹਾਡੀ ਮਾਂ ਵਾ, ਖਾਲਸਾ ਤੁਹਾਡਾ ਪਿਤਾ ਵਾ, ਖਾਲਸਾ ਅਕਾਲ ਪੁਰਖ ਦੀ ਫੌਜ ਵਾ, ਖਾਲਸਾ ਰੱਬ ਦੀ ਮੌਜ ਵਿੱਚ ਪ੍ਰਗਟਿਆ ਵਾ। ਹੋਰ ਵੀ ਕੁਝ ਹੈ ਖਾਲਸਾ? ਤੁਸੀਂ ਸਾਡੇ ਸਤਿਗੁਰ ਜੇ ਤੇ ਸਤਿਗੁਰ ਨੇ ਖਾਲਸਾ ਸਾਜਿਆ ਤੇ ਇਸ ਖਾਲਸੇ ਵਾਸਤੇ ਹੋਰ ਵੀ ਕੁਝ ਕਹਿਣਾ ਚਾਹੋਗੇ? ਬਾਜਾਂ ਵਾਲਾ ਪਤਾ ਕੀ ਬੋਲਿਆ ਮੇਰਾ ਦਾਤਾ? ਕਹਿਣ ਲੱਗੇ ਇੱਕ ਮਾਣ ਹੋਰ ਖਾਲਸੇ ਦੀ ਝੋਲੀ 'ਚ। ਮਹਾਰਾਜ ਦੱਸੋ ਪਤਾ ਕੀ ਕਹਿੰਦੇ? ਕਹਿੰਦੇ ਜੇ ਕਿਤੇ ਮੇਰੀ ਦਸੀ ਰਹਿਤ ਵਿੱਚ ਆ ਜੇ ਨਾ, ਜਿਹੜੀ ਰਹਿਣੀ ਮੈਂ ਖਾਲਸੇ ਨੂੰ ਦੱਸ ਦਿੱਤੀ ਆ, ਜਿਹੜੀ ਮਰਿਆਦਾ ਖਾਲਸੇ ਨੂੰ ਦ੍ਰਿੜ ਕਰਾ ਦਿੱਤੀ ਆ, ਜਿਹੜੀ ਪਰੰਪਰਾ ਖਾਲਸੇ ਦੀ ਝੋਲੀ 'ਚ ਮਰਿਆਦਾ ਅਸੂਲ ਜੀਵਨ ਦੇ ਪਾ ਦਿੱਤੇ ਆ ਇਹਦੀ ਝੋਲੀ 'ਚ, ਕਿਤੇ ਇਹ ਮੇਰੀ ਦਰਸਾਈ ਰਹਿਣੀ ਵਿੱਚ ਤੇ ਮਰਿਆਦਾ ਵਿੱਚ ਆ ਜੇ ਤੇ ਸਾਰੇ ਗੁਣਾਂ ਵਿੱਚ ਖਾਲਸਾ ਮਰਿਆਦਾ 'ਚ ਸੰਪੂਰਨ ਹੋਵੇ। ਤੇ ਪੁੱਛਿਆ ਬਾਜਾਂ ਵਾਲਿਆ ਫਿਰ ਕੀ ਕਰੇਗਾ ਦਾਤਾ? ਕਹਿੰਦੇ ਇਹ ਮੇਰਾ ਮਾਲਕ ਤੇ ਮੈਂ ਇਹਦਾ ਚੇਲਾ। ਉਹ ਆਪੇ ਗੁਰਚੇਲਾ ਵਾਲੀ ਜਿਹੜੀ ਬਾਤ ਹੈ ਉਹ ਤੇ ਖੰਡੇ ਬਾਟੇ ਦੀ ਪੌਲ ਛਕਣ ਵਾਲੀ ਬਾਤ ਹੈ। ਪਰ ਮੇਰੇ ਦਾਤਾ ਜੀ ਨੇ ਇੱਕ ਬਚਨ ਪਤਾ ਕੀ ਵਰਤੇ? ਕਹਿਣ ਲੱਗੇ ਰਹਿਣੀ ਰਹੇ ਸੋਈ ਸਿੱਖ ਮੇਰਾ। ਸਿੱਖ ਹੀ ਇਕੱਲਾ ਬਸ? ਕਹਿੰਦੇ ਨਾ, ਹੋਰ ਅੱਗੇ ਚੱਲ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ, ਉਹ ਮੇਰਾ ਮਾਲਕ ਹੈ, ਉਹ ਮੇਰਾ ਸਾਹਿਬ ਹੈ, ਉਹ ਮੇਰਾ ਠਾਕੁਰ ਆ, ਉਹ ਮੇਰਾ ਦਾਤਾ ਹੈ। ਅੱਜ ਤੱਕ ਦੁਨੀਆ 'ਚ ਕੋਈ ਐਸਾ ਮੁਰਸ਼ਿਦ ਪੈਗੰਬਰ ਵੇਖਿਆ ਜਿਹੜਾ ਆਪਣੇ ਸੇਵਕਾਂ ਵੱਲ ਹੱਥ ਕਰਕੇ ਆਖੇ ਕਿ ਜਿਹੜੀ ਮਰਿਆਦਾ ਮੈਂ ਤੁਹਾਨੂੰ ਦ੍ਰਿੜ ਕਰਾਈ ਆ, ਜੇ ਉਸ ਮਰਿਆਦਾ ਨੂੰ ਤੁਸੀਂ ਸੱਤ ਕਰਕੇ ਮੰਨ ਲਓ ਤੇ ਤੁਸੀਂ ਮੇਰੇ ਮਾਲਕ ਤੇ ਮੈਂ ਤੁਹਾਡਾ ਸੇਵਕ? ਕਿਆ ਕਦੀ ਕਿਸੇ ਨੇ? ਸਿਰਫ ਕਲਗੀਧਰ ਦਸ਼ਮੇਸ਼ ਪਿਤਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਬਚਨ ਸੁਣਿਓ, ਗੁਰੂ ਗ੍ਰੰਥ ਸਾਹਿਬ ਦੀ ਬਾਤ ਕਰਨੀ ਚਾਹਨਾ।
ਜੇ ਗੁਰੂ ਨਾਨਕ ਵੀ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਤੇ ਜੁਗਾਂ ਤੱਕ ਰਹੇਗਾ। ਅਬਨਾਸੀ ਹੈ ਨਾ, ਨਾਸ਼ ਨਹੀਂ ਹੁੰਦਾ। ਜੇ ਪ੍ਰਗਟਿਓ ਮਰਦ ਅਗੰਮੜਾ ਵਾ ਕਲਗੀਧਰ ਪਾਤਸ਼ਾਹ, ਤੇ ਜੁਗੋ ਜੁਗ ਅਟਲ, ਜੁਗਾਂ ਤੱਕ ਰਹੇਗਾ। ਜੇ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ ਆ, ਖਾਲਸਾ ਵੀ ਪ੍ਰਗਟਿਆ ਤੇ ਜੁਗੋ ਜੁਗ ਅਟਲ, ਜੁਗਾਂ ਤੱਕ ਰਹੇਗਾ। ਤੇ ਚੌਥਾ ਬਚਨ ਹੁਣੇ ਜਿਹੜਾ ਪੜ੍ਹ ਕੇ ਗਏ ਕੀਰਤਨੀਏ ਸਿੰਘ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਜੀ ਮਾਨਿਓ ਕੀ ਹੈ? ਗੁਰੂ ਗ੍ਰੰਥ ਸਾਹਿਬ। ਫਿਰ ਅਗਲੀ ਨਾਲ ਬਾਤ ਹੋਰ ਕਿਹੜੀ ਆਈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਤੇ ਜੇ ਗੁਰੂ ਨਾਨਕ ਵੀ ਪ੍ਰਗਟੇ, ਤੇ ਮੇਰਾ ਦਸ਼ਮੇਸ਼ ਵੀ ਪ੍ਰਗਟੇ, ਤੇ ਖਾਲਸਾ ਵੀ ਪ੍ਰਗਟੇ, ਤੇ ਜੁਗਾਂ ਤੱਕ ਰਹਿਣ, ਤੇ ਜੇ ਪ੍ਰਗਟ ਗੁਰਾਂ ਕੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਦਾ ਭਾਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰਾ ਦਾਤਾ ਅਬਨਾਸੀ, ਤੇ ਜੁਗਾਂ ਤੱਕ ਰਹਿਣ ਵਾਲਾ, ਜੁਗੋ ਜੁਗ ਅਟਲ ਸਤਿਗੁਰ, ਜੁਗੋ ਜੁਗ ਅਟਲ। ਚੇਤੇ ਰੱਖਿਓ, ਜੁਗੋ ਜੁਗ ਅਟਲ ਰਹਿਣ ਵਾਲਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗਾਂ ਤੱਕ ਰਹੇਗਾ। ਤੇ ਜੁਗਾਂ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ, ਹੁਣੇ ਸਮਾਪਤੀ ਹੋਏਗੀ, ਅਰਦਾਸ ਕਰੋਗੇ? ਇੱਕ ਬਚਨ ਅਰਦਾਸ ਵਿੱਚ ਤੁਸੀਂ ਰੋਜ਼ ਕਹਿੰਦੇ ਜੇ, ਪਤਾ ਕਿਹੜਾ? ਇੱਕ ਹੋਰ ਚੀਜ਼ ਜੁਗੋ ਜੁਗ ਅਟਲ ਜੇ, ਗੁਰੂ ਵੀ ਜੁਗੋ ਜੁਗ ਅਟਲ ਹੈ। ਇਹ ਤੇ ਪਤਾ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ, ਤੇ ਗੁਰੂ ਦਾ ਖਾਲਸਾ ਵੀ ਜੁਗੋ ਜੁਗ ਅਟਲ। ਇੱਕ ਬਾਤ ਰੋਜ਼ ਤੁਸੀਂ ਅਰਦਾਸ ਚ ਕਹਿੰਦੇ ਹੋ, ਚੌਂਕੀਆਂ, ਝੰਡੇ, ਬੁੰਗੇ ਕਦੋਂ ਤੱਕ ਰਹਿਣ? ਆਖੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ। ਜੇ ਮੇਰਾ ਗੁਰੂ ਜੁਗੋ ਜੁਗ ਅਟਲ, ਜੁਗਾਂ ਤੱਕ ਰਹਿਣਾ ਉਹਨੇ। ਜੇ ਗੁਰੂ ਦਾ ਖਾਲਸਾ ਜੁਗੋ ਜੁਗ ਅਟਲ, ਤੇ ਫਿਰ ਉਸ ਗੁਰੂ ਦੇ ਤੇ ਖਾਲਸੇ ਦੇ ਚੌਂਕੀਆਂ, ਝੰਡੇ, ਬੁੰਗੇ ਆ ਨਾ ਜਿਹੜੇ, ਇਹ ਨਹੀਂ ਵੀ ਇਹ 100 ਸਾਲ ਰਹਿਣ, 1000 ਸਾਲ ਰਹਿਣ, ਲੱਖ ਸਾਲ ਰਹਿਣ, ਲੱਖਾਂ ਸਾਲ ਰਹਿਣ, ਨਹੀਂ। ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ, ਜੁਗਾਂ ਤੱਕ ਰਹਿਣਗੇ। ਔਰ ਕਮਾਲ ਦੀ ਬਾਤ, ਜੇ ਅੱਜ ਇੱਕ ਦੇਸ਼ ਦਾ ਝੰਡਾ ਭਾਵੇਂ ਦੂਜੇ ਦੇਸ਼ 'ਚ ਨਾ ਝੁੱਲ ਸਕਦਾ ਹੋਵੇ, ਪਰ ਪੰਥ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ 7 ਸਮੁੰਦਰਾਂ ਤੋਂ ਪਾਰ, ਤੇ 100 ਫੁੱਟ ਦੇ ਕੇਸਰੀ ਨਿਸ਼ਾਨ ਸਾਰੇ ਸੰਸਾਰ ਵਿੱਚ ਝੁੱਲਦੇ ਪਏ ਆ। ਸਾਰੇ ਸੰਸਾਰ 'ਚ ਝੁੱਲਦੇ ਪਏ ਆ, ਤੇ ਝੁੱਲਦੇ ਰਹਿਣਗੇ। ਕਦੋਂ ਤੱਕ? ਜੁਗੋ ਜੁਗ ਅਟਲ, ਜੁਗਾਂ ਤੱਕ ਝੁੱਲਦੇ ਰਹਿਣਗੇ, ਜੁਗਾਂ ਤੱਕ, ਸਦੀਆਂ ਨਹੀਂ। ਇੱਥੇ ਯੁੱਗ ਸ਼ਬਦ ਲਿਖੇ ਹੋਏ ਆ, ਇਹ ਜੁਗਾਂ ਤੱਕ ਝੁੱਲਦੇ ਰਹਿਣਗੇ, ਕਿਉਂਕਿ ਸ਼ਬਦ ਜੁਗੋ ਜੁਗ ਅਟਲ। ਜਿਸ ਦਾ ਸਿੱਖ ਪੁਜਾਰੀ ਹੈ ਨਾ ਜੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ। ਸਿੱਖ ਦਾ ਗੁਰੂ ਸ਼ਬਦ ਗੁਰੂ ਆ। ਕਿੱਡੀ ਹੈਰਾਨੀ ਦੀ ਬਾਤ ਆ। ਵੇਖੋ, ਇਹਨਾਂ ਬਾਤਾਂ ਨੂੰ ਕਦੇ ਮਿਲਾ ਕੇ ਪੜ੍ਹਿਓ ਜੇ। ਜੇ ਗੁਰੂ ਕਲਗੀਧਰ ਪਾਤਸ਼ਾਹ ਵੀ ਪ੍ਰਗਟੇ, ਗੁਰੂ ਨਾਨਕ ਵੀ ਪ੍ਰਗਟੇ, ਉਹਨਾਂ ਖਾਲਸੇ ਨੂੰ ਵੀ ਆਖਿਆ ਵੀ ਖਾਲਸਾ ਵੀ ਪ੍ਰਗਟਿਆ ਵਾ, ਤੇ ਕਿੱਡੀ ਕਮਾਲ ਦੀ ਗੱਲ ਹੈ। ਅੱਜ ਕੋਈ ਸਿੱਖ ਨੂੰ ਪੁੱਛੇ, ਸਿੱਖੋ ਤੁਹਾਡਾ ਗੁਰੂ ਕੌਣ? ਸਿੱਖ ਕਹਿੰਦੇ ਸਾਡਾ ਗੁਰੂ ਸ਼ਬਦ ਗੁਰੂ। ਜੋਗੀਆਂ ਨੇ ਬਾਬੇ ਨਾਨਕ ਨੂੰ ਪੁੱਛਿਆ, ਬਾਬਾ ਨਾਨਕ ਤੇਰਾ ਗੁਰੂ ਕੌਣ? ਕਹਿੰਦਾ ਸ਼ਬਦ ਗੁਰੂ। ਐਡਾ ਮਲਾਪ, ਇੰਨੀ ਤਕੜੀ ਸਾਂਝ। ਅੱਜ ਸਿੱਖ ਨੂੰ ਕੋਈ ਪੁੱਛੇ, ਸਿੱਖਾ ਤੂੰ ਕਿਹੜੇ ਗੁਰੂ ਨੂੰ ਮੰਨਦਾ, ਤੇਰਾ ਗੁਰੂ ਕੌਣ ਆ? ਸਿੱਖ ਕਹਿੰਦਾ ਮੇਰਾ ਗੁਰੂ ਸ਼ਬਦ ਗੁਰੂ। ਤੇ ਬਾਬੇ ਨਾਨਕ ਨੂੰ ਜੋਗੀ ਪੁੱਛਦੇ ਸਨ, ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ? ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ। ਅੱਜ ਸਿੱਖ ਦਾ ਗੁਰੂ ਵੀ ਸ਼ਬਦ, ਗੁਰੂ ਨਾਨਕ ਦਾ ਗੁਰੂ ਵੀ ਸ਼ਬਦ। ਔਰ ਸ਼ਬਦ ਦੀ ਬਾਤ ਮਾਫ ਕਰਿਓ, ਗੁਰੂ ਨਾਨਕ ਦੇਵ ਸਾਹਿਬ ਨੇ ਦੁਨੀਆ ਚਾਣ ਕੇ ਪਾਈ ਜੀ ਸ਼ਬਦ ਦੀ ਬਾਤ। ਜਦੋਂ ਵੀ ਕਿਸੇ ਨੂੰ ਤਾਰਨਾ, ਮਰਦਾਨਿਆਂ ਛੇੜ ਰਬਾਬ ਛੇੜ। ਬੇਨਤੀ ਸੁਣਿਆ, ਇੱਕ ਦਲੀਲ ਦੇਣ ਲੱਗਾ। ਸ਼ਬਦ ਦੀ ਬਾਤ ਗੁਰੂ ਨਾਨਕ ਦੇਵ ਸਾਹਿਬ ਨੇ ਕਿਉਂ ਕੀਤੀ? ਬਾਤ ਥੋੜੀ ਜੀ ਬਰੀਕੀ ਦੀ ਆ, ਪਰ ਇੱਕ ਦਲੀਲ ਦੇ ਕੇ, ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਸ਼ਬਦ ਦੀ ਗੱਲ ਕਿ ਸ਼ਬਦ ਗੁਰੂ ਆ, ਤੇ ਸ਼ਬਦ ਤੋਂ ਬਿਨਾਂ ਤੁਹਾਡਾ ਪਾਰ ਉਤਾਰਾ ਬਾਣੀ ਤੋਂ ਬਿਨਾਂ ਨਹੀਂ ਹੋ ਸਕਦਾ। ਕਿਉਂ ਭਲਾ? ਇੱਕ ਬੇਨਤੀ ਸੁਣਿਓ, ਥੋੜੀ ਜੀ ਬਰੀਕੀ ਦੀ ਬਾਤ। ਆਮ ਸੰਸਾਰ ਦੇ ਵਿੱਚ ਦੁਨੀਆ ਦੀ ਕੋਈ ਚੀਜ਼ ਜਿਹੜੀ ਧਾਤ ਤੋਂ ਬਣੀ ਆ, ਇੱਕ ਇਹ ਵੀ ਬੇਨਤੀ ਲਿਖੇ ਮੈਂ ਮੰਗ ਲਾਂ, ਸਾਰੀਆਂ ਗੱਲਾਂ ਕਿਤਾਬਾਂ ਚੋਂ ਨਹੀਂ ਮਿਲਦੀਆਂ ਹੁੰਦੀਆਂ, ਸਾਰਾ ਕੁਝ ਪੁਸਤਕਾਂ ਚੋਂ ਨਹੀਂ ਮਿਲਦਾ ਹੁੰਦਾ। ਬੜਾ ਕੁਝ ਐਸਾ ਵਾ ਜਿਹੜਾ ਵਡੇਰਿਆਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ। ਬੜਾ ਕੁਝ ਐਸਾ ਜਿਹੜਾ ਜੁੜਿਆਂ ਹੋਇਆਂ ਦੀ ਬੰਦਗੀ ਵਾਲਿਆਂ ਦੀ ਸੰਗਤ 'ਚ ਬਹਿ ਕੇ ਮਿਲਦਾ।
बड़ा कुछ ऐसा जिहड़ा विद्वानां दी संगत च बह के भी मिलदा है। हुण बेनती सुनियो, दुनिया विच कोई भी धात उस तो कोई चीज बनाती है, कोई भी चीज जिहड़ी धात तो बनी आ उसे धात नाल ही ओदी रिपेयर की जाती है, उसे धात नाल ही ओदी मुरम्मत की जाती है। दूजी धात नाल ओदी मुरम्मत नहीं हो सकती। आम संसार दा असूल है, नित दे जीवन च आपां वेखदे भी हां, जिहड़ी धात तो कोई चीज बनी आ उसे धात नाल ही ओदी मुरम्मत ते रिपेयर की जाती है। उदाहरण दें, एक सारिआं नूं समझ आ जाए, एक कंध मिट्टी दी बनी, कंध मिट्टी दी बनी, थोड़ी जी कंध ढह गई, कंध ढह गई, हुण कादे नाल मुरम्मत की जानी? ओदी सीमेंट नाल हो जूगी। सीमेंट नाल नहीं गल बननी ना, लकड़ नाल हो जू। किसे ना की चाहिदा? मिट्टी चाहिदी है ना, क्योंकि कंध बनी मिट्टी तो, इसलिए ओदी मुरम्मत करने वास्ते, ओदी कोई रिपेयर करने लई मिट्टी नाल ही ओदी रिपेयर की जानी। कोई कंध सीमेंट तो बनी है, सीमेंट बजरी नाल बनी है, ओदे च तरेड़ां आ गईयां, ढह गई कंध, सीमेंट ही चाहिदा, सीमेंट रेता ही चाहिए, बजरी चाहिदी है। कोई कंध लकड़ दी बनी, थोड़ी जी टुट गई, ढह गई, लकड़ ही चाहिए। दुनिया कादे तो बनी? संसार परमात्मा ने कादे तो बनाया? मैं गुरु ग्रंथ साहब च कई शब्द पढ़े आ, परमात्मा ने संसार दी सिरजना शब्द तो की है, दुनिया शब्द तो बनी है। जपजी साहब पढ़ते हो, जपजी साहब नित पढ़न वाली बाणी। गुरु नानक देव महाराज जपजी साहब दी पावन बाणी च एक जगह ते कहंदे ने, कीता पसाओ एको कवाओ। कवाओ दा अर्थ शब्द, कीता पसाओ, संसार दा पसारा परमात्मा ने पसारिया, कादे तो? पसाओ कादे नाल कीता? कवाओ तो, शब्द तो। तिस ते होए लख दरियाओ, शब्द तो लखां जिंदगियां दे, हजारां जिंदगियां दे दरिया वह तुरे। एक होर इत्थे ते कवाओ शब्द है ना, मारू राग कदे पढ़ के वेखियो। गुरु नानक देव साहब ने उत्ते बचन पता की वरते, सारिਆਂ ਦੀ समझ च आने वाली बात। ये ते जपजी साहब च कीता पसाओ एको कवाओ। गुरु नानक देव साहब मारू राग च एक बचन वरतदे आ, कहन लगे, उत्पत परलो शब्दे होवे, शब्दे ही फिर ओपत होवे। संसार दी जितनी उत्पत्ति आ, गुरु नानक देव महाराज सच्चे पातशाह मारू राग च कहंदे शब्द तो। संसार कादे तो बनिया? दुनिया कादे तो बनी? शब्द तो, शब्द तो। ते कोई भी चीज जेड़ी धात तो बनी आ उसे धात नाल ही ओदी रिपेयर की जानी। कोई कंध मिट्टी दी बनी है, मिट्टी नाल ही ओदी रिपेयर की जानी। कोई सीमेंट बजरी दी है, ओदे नाल सीमेंट नाल ही ओदी रिपेयर होगी। ते जे संसार उन्हें शब्द नाल बनाया, दुनिया उन्हें शब्द तो घड़ी आ बनाई आ। इस दुनिया विच इन्हां दे जीवन विच आ गईयां तरेड़ां। मनुख दे जीवन विच काम, क्रोध, लोभ, मोह, हंकार, द्वेष, ईर्खा, दगा, फरेब, छल, कपट, झूठ, अपराध, एदे आगे शेक। हुण एदी करनी मुरम्मत, एदी करनी रिपेयर। ते धन गुरु नानक देव महाराज सच्चे पातशाह मेरे दाते ने तकिया, इन्हां लोकां दे जीवन विच आ गई गिरावट, इन्हां लोकां दे जीवन विच आ गईयां तरेड़ां। बाबा देखे ध्यान तर जलती सब पृथ्वी देसे आई। ये पापां च सड़दे पे लोग, गिरावट आ गई इन्हां च। ते जे इन्हां नूं मुड़ खड़े करना, इन्हां दे जीवन विच बल भरना, ते महाराज सच्चे पातशाह कहंदे जे इन्हां विच आईयां होईयां तरेड़ां नूं मैं भरना चाहुंदा वां, ते कद नाल भरिया जाऊगा जी? जिस तो ये बनिया ते बनिया। उत्पत परलो शब्दे होवे, शब्दे ही फिर ओपत होवे। शब्द गुर पीरा गहर गंभीरा, बिन शब्द है जग बौरानंग। बाणी गुरु, गुरु है बाणी, विच बाणी अमृत सारे। इसे लिए अज आपां गुरबाणी नूं जीवन जाच कहने। जीवन जाच, ये गुरबाणी जीवन जाच आ, ये गुरबाणी जीवन जुगत आ। सानू जीवन दी जाच दसदी है, सानू जीण दी जुगत दसदी है, सानू जीण दा ढंग दसदी है। और तुसीं हैरान होवोगे, कल्ली जीण दी जुगत ही नहीं दसदी कि जीना किवें आ, ये भी दसदी है बाणी भी मरना किवें है। मरना किवें, मरना भी सिखाउंदी जे बाणी। मौत आ गई ते मर गए, सिखना पऊगा मरना। मरन दी जाच सिखनी पऊगी, मैं किवें दा मरां।
ਕਿਉਂਕਿ ਜਨਮ ਸਾਰਿਆਂ ਦਾ ਮਾਂ ਦੇ ਗਰਭ ਤੋਂ ਹੋਣਾ ਵਾ, ਜਨਮ ਸਾਰਿਆਂ ਦਾ ਮਾਂ ਦੇ ਉਦਰ ਤੋਂ ਹੀ ਹੋਣਾ, ਪਰ ਮਰਨਾ ਸਾਰਿਆਂ ਦਾ ਇੱਕੋ ਜਿਹਾ ਨਹੀਂ ਗਾ, ਮਰਨਾ ਨਹੀਂ ਸਾਰਿਆਂ ਦਾ ਇੱਕੋ ਜਿਹਾ। ਭਗਤ ਕਬੀਰ ਸਾਹਿਬ ਨੇ ਇਸੇ ਲਈ ਕਹਿ ਦਿੱਤਾ ਨਾ, ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਉਹ ਕਿਹੜੀ ਮਰਨੀ ਹੈ ਜੀ? ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਦੁਬਾਰਾ ਨਹੀਂ ਮਰੇਗਾ। ਗੁਰੂ ਅਮਰਦਾਸ ਪਾਤਸ਼ਾਹ ਨੇ ਗੂਜਰੀ ਰਾਗ ਦੀ ਵਾਰ ਚ ਇੱਕ ਸ਼ਲੋਕ ਉਚਾਰਨ ਕੀਤਾ। ਭਗਤ ਕਬੀਰ ਸਾਹਿਬ ਕਹਿੰਦੇ, ਬੜੇ ਲੋਕ ਦੁਨੀਆ ਚ ਆਏ ਤੇ ਮੌਤ ਦੇ ਮੂੰਹ ਚ ਚਲ ਗਏ, ਇਹਨਾਂ ਲੋਕਾਂ ਨੂੰ ਮਰਨਾ ਨਹੀਂ ਆਇਆ, ਮਰ ਵੀ ਨਾ ਜਾਣਿਆ ਕੋਏ। ਗੁਰੂ ਅਮਰਦਾਸ ਪਾਤਸ਼ਾਹ ਇੱਕ ਜਗ੍ਹਾ ਤੇ ਗੂਜਰੀ ਰਾਗ ਦੀ ਵਾਰ ਚ ਕਹਿੰਦੇ, ਸੰਸਾਰ ਚ ਬੜੇ ਲੋਕਾਂ ਨੇ ਜਨਮ ਲਿਆ, ਇਹਨਾਂ ਨੂੰ ਜੀਣਾ ਨਹੀਂ ਆਇਆ, ਇਹਨਾਂ ਨੂੰ ਜੀਣ ਦੀ ਜਾਚ ਨਹੀਂ ਆਈ, ਜ਼ਿੰਦਗੀ ਕਿਵੇਂ ਜੀਣੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਸੁਣ ਲਿਓ। ਪਾਤਸ਼ਾਹ ਕਹਿੰਦੇ, ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਹੀਂ। ਬਿਦ ਦਾ ਅਰਥ ਹੁੰਦਾ ਤਰੀਕਾ, ਬਿਦ ਦਾ ਅਰਥ ਹੁੰਦਾ ਢੰਗ, ਬਿਦ ਦਾ ਅਰਥ ਹੁੰਦਾ ਜੁਗਤ, ਇਹਨੂੰ ਜੀਣ ਦਾ ਢੰਗ ਨਹੀਂ ਆਇਆ। ਇਹ ਜਗਤ ਮਮਤਾ ਮੁਆ, ਸੰਸਾਰ ਦੇ ਪਦਾਰਥਾਂ ਦੀ ਮੋਹ ਮਾਇਆ ਦੀ ਮਮਤਾ ਪਕੜ ਦੇ ਵਿੱਚ ਹੀ ਮਰੀ ਜਾਂਦੇ ਆ ਸਾਰੇ ਲੋਕ। ਗੁਰੂ ਅਮਰਦਾਸ ਪਿਤਾ ਜੀ ਕਹਿੰਦੇ, ਸੰਸਾਰ ਦੇ ਲੋਕਾਂ ਨੂੰ ਜਿਉਣ ਦੀ ਜਾਚ ਨਹੀਂ ਆਈ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਏ। ਤੇ ਪੁੱਛਿਆ, ਮਹਾਰਾਜ ਤੁਸੀਂ ਸਿਖਾ ਦਿਓ, ਦੱਸੋ ਕਿਹੋ ਜੀ ਜ਼ਿੰਦਗੀ ਜੀਣੀ ਆ। ਤੇ ਮਹਾਰਾਜ ਅਗਲੀ ਪੰਕਤੀ ਚ ਪਤਾ ਕੀ ਕਹਿੰਦੇ, ਪਹਿਲਾਂ ਆਖਿਆ ਜੀਵਨ ਕੀ ਬਿਦ ਨਾਏ, ਫਿਰ ਕਹਿੰਦੇ ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ। ਗੁਰ ਕੈ ਭਾਣੇ ਜੋ ਚੱਲੇ, ਜਿਹੜੇ ਗੁਰੂ ਦੀ ਆਗਿਆ ਵਿੱਚ ਆ ਗਏ ਆ, ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਏ। ਜੀਵਨ ਦੀ ਉਹ ਅਸਲ ਪਦਵੀ, ਜ਼ਿੰਦਗੀ ਦਾ ਅਸਲ ਰੁਤਬਾ ਉਹਨਾਂ ਲੋਕਾਂ ਨੂੰ ਮਿਲਿਆ ਵਾ ਜਿਹੜੇ ਗੁਰੂ ਦੇ ਭਾਣੇ ਵਿੱਚ ਆ ਗਏ, ਜਿਹੜੇ ਗੁਰੂ ਦੀ ਆਗਿਆ ਵਿੱਚ ਆ ਗਏ ਆ। ਸਤਿਗੁਰੂ ਨੇ ਪਾਵਨ ਬਾਣੀ ਚ ਇਥੋਂ ਤੱਕ ਕਹਿ ਦਿੱਤਾ, ਉਹ ਤੇ ਕਹਿੰਦੇ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਤੇ ਆਪਾਂ ਦਿਹਾੜਾ ਮਨਾ ਰਹੇ ਆ, ਦਾਸ ਵੀ ਤੁਹਾਡੇ ਨਾਲ ਹੈ, ਮੈਂ ਵੀ ਤੁਹਾਡੇ ਨਾਲ ਹੈ। ਆਪਣੇ ਆਪਣੇ ਦਿਲਾਂ ਕੋਲੋਂ, ਆਪਣੇ ਆਪਣੇ ਮਨਾਂ ਕੋਲੋਂ ਪੁੱਛ ਕੇ ਵੇਖੀਏ, ਮੈਂ ਗੁਰ ਕੇ ਭਾਣੇ ਚ ਆ ਗਿਆ। ਜਿਸ ਦਿਨ ਗੁਰ ਕੇ ਭਾਣੇ ਚ ਆ ਗਏ, ਜ਼ਿੰਦਗੀ ਦੇ ਦੁੱਖ ਮੁੱਕ ਜਾਣੇ। ਗੁਰੂ ਅਮਰਦਾਸ ਪਾਤਸ਼ਾਹ ਨੇ ਨਿਸ਼ਾਨੀ ਦੱਸਤੀ ਬਾਣੀ ਚ, ਕਹਿੰਦੇ ਜਿਸ ਦਿਨ ਤੂੰ ਗੁਰੂ ਕੇ ਭਾਣੇ ਚ ਆ ਗਿਆ ਨਾ ਜੀ, ਤੇਰੇ ਦੁੱਖ ਮੁੱਕ ਗਏ, ਤੇਰੇ ਕਲੇਸ਼ ਮੁੱਕ ਗਏ, ਤੇਰੀਆਂ ਬਿਪਤਾ ਮੁੱਕ ਗਈਆਂ। ਕਿਉਂ ਬਈ? ਕਹਿਣ ਲੱਗੇ, ਬਿਪਤਾ ਉਹਨਾਂ ਦੇ ਜੀਵਨ ਚ ਆ, ਦੁੱਖ ਉਹਨਾਂ ਦੇ ਜੀਵਨ ਚ ਆ, ਕਲੇਸ਼ ਉਹਨਾਂ ਦੇ ਜੀਵਨ ਚ ਆ। ਕਿਹਨਾਂ ਨੇ? ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ। ਆਖੋ ਸਤਨਾਮ ਸ਼੍ਰੀ। ਇਹਦਾ ਮਤਲਬ ਜਿਹੜੇ ਆਪਣੇ ਭਾਣੇ, ਆਪਣੀ ਮੱਤ ਦੇ ਉੱਤੇ ਚੱਲ ਰਹੇ ਆ, ਉਹ ਦੁੱਖਾਂ ਚ। ਤੇ ਜਿਹੜੇ ਗੁਰੂ ਆਗਿਆ ਚ ਆ ਗਏ ਨਾ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਕਿਤੇ ਵੀ ਨਹੀਂ। ਸਾਰੀ ਦੁਨੀਆ ਚ ਜਿੱਥੇ ਮਰਜੀ ਭਟਕ ਲਏ, ਜੇ ਹੁਣੇ ਪੜ੍ਹ ਕੇ ਹਟੇ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਨਾਲ ਇਹ ਵੀ ਪੜ੍ਹ ਕੇ ਹਟੇ ਆ ਕਿ ਪ੍ਰਗਟ ਗੁਰਾਂ ਕੀ ਦੇ ਆਏ, ਤੇ ਇਹਨੇ ਜੁਗਾਂ ਤੱਕ ਰਹਿਣਾ, ਫਿਰ ਥਾਂ ਥਾਂ ਤੇ ਭਟਕਣ ਦੀ ਕੀ ਲੋੜ ਹੈ। ਦੇਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਾਤ, ਇੱਕ ਬੀਤੀ ਤੁਹਾਡੇ ਨਾਲ ਕੁਝ ਸਮਾਂ ਪਹਿਲਾਂ ਪਿੱਛੇ ਤੁਹਾਡੇ ਨਾਲ ਸਾਂਝੀ ਕਰ ਦੇਣਾ। ਬੇਨਤੀ ਸੁਣਿਓ। ਕੈਨੇਡਾ ਦੀ ਧਰਤੀ ਤੇ ਵੈਨਕੂਵਰ, ਮੈਂ ਉੱਥੇ ਵੈਨਕੂਵਰ ਦੇ ਨਾਲ ਇੱਕ ਸ਼ਹਿਰ ਹੈ ਸਰੀ, ਉੱਥੇ ਕਥਾ ਦੀ ਹਾਜ਼ਰੀ ਭਰ ਰਿਹਾ ਸਮੇਂ ਤੇ ਸ਼ਨੀ ਐਤਵਾਰ ਸਵੇਰੇ 8 ਵਜੇ ਤੋਂ 9 ਵਜੇ ਤੱਕ, ਦੋਨੋਂ ਦਿਨ ਆ ਜਿਹੜੇ, ਜਿੰਨੇ ਦਿਨ ਵੀ ਦਾਸ ਨੇ ਉੱਥੇ ਰਹਿਣਾ, ਉੱਥੇ ਇੱਕ ਰੇਡੀਓ ਸਟੇਸ਼ਨ ਹੈ, ਉਹਦੇ ਤੇ 1 ਘੰਟਾ ਟਾਕ ਸ਼ੋਅ ਚੱਲਦਾ। ਉੱਥੇ ਸਿੱਧੀਆਂ ਲਾਈਨਾਂ ਮਿਲਾ ਕੇ ਕਿਤੇ ਵੀ ਜਿੱਥੇ ਜਿੱਥੇ ਉਹ ਰੇਡੀਓ ਸੁਣਿਆ ਜਾ ਰਿਹਾ, ਉਹ ਕੋਈ ਵੀ ਦਾਸ ਨਾਲ ਗੱਲ ਕਰ ਸਕਦਾ। ਸ਼ਬਦ ਗੁਰੂ ਦੀ ਗੱਲ ਚੱਲ ਰਹੀ ਸੀ, ਸ਼ਬਦ ਗੁਰੂ। ਉੱਥੇ ਮੇਰੇ ਬੜੇ ਪਿਆਰੇ ਮਿੱਤਰ ਆ ਹਰਪ੍ਰੀਤ ਸਿੰਘ ਜੀ ਰੀ, ਉਹ ਚਲਾਉਂਦੇ ਹੋ ਰੇਡੀਓ ਤੇ, ਉਹਨਾਂ ਦੀ ਡਿਊਟੀ ਹੁੰਦੀ ਉਸ ਵੇਲੇ, ਉਹ ਮੇਰੇ ਨਾਲ ਬੈਠੇ। ਸ਼ਬਦ ਗੁਰੂ ਦੀ ਅਸੀਂ ਗੱਲ ਕਰ ਰਹੇ ਕਿ ਸਿੱਖਾਂ ਦਾ ਗੁਰੂ ਸ਼ਬਦ ਗੁਰੂ ਆ, ਗੁਰਬਾਣੀ ਗੁਰੂ, ਗਿਆਨ ਗੁਰੂ ਆ। ਬਾਤ ਕਰਦਿਆਂ ਕਰਦਿਆਂ, ਗੱਲਾਂ ਕਰਦਿਆਂ ਕਰਦਿਆਂ, ਇੱਕ ਕੈਲੀਫੋਰਨੀਆ ਤੋਂ ਕਾਲ ਆ ਗਈ ਜੀ, ਅਮਰੀਕਾ ਤੋਂ। ਉਹਨਾਂ ਇੱਕ ਪ੍ਰਸ਼ਨ ਕੀਤਾ ਜੀ, ਮੈਂ, ਉਹ ਕਹਿੰਦੇ ਭਾਈ ਸਾਹਿਬ ਜੀ ਕਥਾ ਅਸੀਂ ਅੱਗੇ ਵੀ ਸੁਣਦੇ ਹਾਂ ਰੇਡੀਓ ਤੇ, ਤੁਹਾਡੀ ਰੋਜ਼ ਆਉਂਦੀ ਇੱਥੇ, ਪਰ ਇੱਕ ਮੈਂ ਗੱਲ ਪੁੱਛਣੀ ਤੁਹਾਨੂੰ। ਮੈਂ ਕਿਹਾ ਜੀ ਦੱਸੋ।
ਕਹਿੰਦੇ ਤੁਸੀਂ ਕਹਿੰਦੇ ਜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਆ, ਤੇ ਗੁਰੂ ਗ੍ਰੰਥ ਸਾਹਿਬ ਸਾਰੇ ਸੰਸਾਰ ਦਾ ਸਾਂਝਾ ਗੁਰੂ ਆ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਜਿਨੇ ਵੀ ਸ਼ਰਧਾ ਬਣਾਈ ਤੇ ਬਾਣੀ ਗਾ ਲਈ, ਕਮਾਲੀ, ਜੀਵਨ ਚ ਹੰਡਾਲੀ ਤੇ ਦਿਲ ਚ ਵਸਾਲੀ, ਉਹ ਰੱਬ ਦੇ ਘਰ ਤੱਕ ਚਲਾ ਗਿਆ। ਇਹ ਬੇਨਤੀ ਕਰ ਰਿਹਾ ਸੀ। ਉਹ ਮੈਨੂੰ ਕਹਿੰਦਾ ਬਈ ਇੱਕ ਬਾਤ ਭਾਈ ਸਾਹਿਬ ਸਮਝਾਇਓ, ਭਈ ਗੁਰੂ ਗ੍ਰੰਥ ਸਾਹਿਬ ਬੋਲਦੇ ਆ, ਮੈਨੂੰ ਤੇ ਬੋਲਣ ਵਾਲਾ ਗੁਰੂ ਚਾਹੀਦਾ ਜਿਹੜਾ ਮੇਰੇ ਨਾਲ ਸਾਹਮਣੇ ਬਹਿ ਕੇ ਤੇ ਗੱਲ ਕਰੇ। ਮੈਂ ਕਿਹਾ ਵਧੀਆ ਗੱਲ ਤੇਰੀ, ਬੜਾ ਸਿਆਣੇ ਜੇ ਤੁਸੀਂ। ਮੈਂ ਕਿਹਾ ਵੀਰ ਜੀ, ਤੇ ਜਿਹੜਾ ਬੋਲਣ ਵਾਲਾ ਗੁਰੂ ਆ, ਜਿਹਦੇ ਨਾਲ ਤੁਸੀਂ ਗੱਲ ਹੀ ਨਹੀਂ ਕਰ ਸਕਦੇ, ਜਿਸ ਨਾਲ ਤੁਸੀਂ ਬਚਨ ਬਲਾਸ ਨਹੀਂ ਸਾਂਝੇ ਕਰ ਸਕਦੇ, ਤੇ ਉਹਦੇ ਨਾਲ ਆਪਾਂ ਮੱਥਾ ਟੇਕੀਏ, ਨਮਸਕਾਰ ਕਰੀਏ, ਕੋਈ ਬੈਠੇਗਾ ਤੇ ਉਹ ਪੜੇਗਾ ਤਾਂ ਉਹਨੂੰ ਕੁਛ ਨਾ ਕੁਛ ਸਮਝ ਆਏਗੀ, ਪਤਾ ਲੱਗੂਗਾ। ਕਦੇ ਕਦੇ ਦਲੀਲ ਨਾਲ ਬੰਦਾ ਸਮਝਦਾ। 2-4 ਦਲੀਲਾਂ ਮੈਂ ਉਹਨੂੰ ਹੋਰ ਵੀ ਦਿੱਤੀਆਂ, ਪਰ ਉਹਦੀ ਤਸੱਲੀ ਜਿਹੀ ਨਾ ਹੋਈ। ਮੈਂ ਉਹਨੂੰ ਬੇਨਤੀ ਕੀਤੀ ਵੀ ਸਜਣਾ ਗੱਲ ਇਹ ਆ ਵੀ ਜਿੰਨਾ ਸਾਡਾ ਟਾਈਮ ਰਹਿੰਦਾ ਨਾ, ਅਜੇ ਅੱਧਾ ਘੰਟਾ ਪਿਆ ਹੈ, 8 ਤੋਂ 9, 8:30 ਹੋਏ ਆ, ਪਰ ਜਿੰਨੀ ਦੇਰ ਤੇਰੀ ਤਸੱਲੀ ਨਾ ਹੋਈ ਤੂੰ ਫੋਨ ਕੱਟਣਾ ਨਹੀਂ। ਤੂੰ ਫੋਨ ਨਹੀਂ ਕੱਟਣਾ, ਭਾਵੇਂ ਸਾਰਾ ਅੱਧਾ ਘੰਟਾ ਦਾ ਸਮਾਂ, 30 ਮਿੰਟ ਜਿਹੜੇ ਤੇਰੇ ਤੇ ਹੀ ਲੰਘਣ। ਕਹਿੰਦੇ ਠੀਕ। ਹੁਣ ਬੇਅੰਤ ਸੰਗਤਾਂ ਘਰਾਂ 'ਚ ਬੈਠੀਆਂ ਸੁਣ ਰਹੀਆਂ, ਸਾਰੇ ਰੇਡੀਓ ਲੱਗਾ। ਇੱਕ ਬੜੀ ਛੋਟੀ ਜੀ ਦਲੀਲ ਉਹਦੀ ਸਮਝ 'ਚ ਆ ਗਈ ਸੀ, ਛੋਟੀ ਜਿਹੀ ਦਲੀਲ। ਕਹਿੰਦਾ ਜੀ ਕਿਸੇ ਢੰਗ ਨਾਲ ਮੈਨੂੰ ਦੱਸੋ, ਹੋਰ ਵੀ ਮੇਰੇ ਮਿੱਤਰ ਦੋਸਤ ਹੈਗੇ ਮੇਰੇ ਕੋਲ ਬੈਠੇ ਆ ਤੇ ਅਸੀਂ ਤੁਹਾਨੂੰ ਕਾਲ ਕੀਤੀ ਹੈ। ਕਿ ਠੀਕ ਹੈ ਜੀ। ਕਰਦਿਆਂ ਬਾਤਾਂ ਮੈਂ ਕਿਹਾ ਕੰਮ ਕੀ ਕਰਦੇ ਜੇ ਤੁਸੀਂ? ਕਹਿੰਦਾ ਮੈਂ ਟਰੱਕ ਚਲਾਉਣਾ, ਟਰੱਕ ਚਲਾਉਣਾ। ਮੈਂ ਕਿਹਾ ਠੀਕ ਆ। ਮੈਂ ਕਿਹਾ ਕੋਈ ਦਲੀਲ ਤੈਨੂੰ ਕੈਨੇਡਾ ਦੀ ਦਵਾਂ ਡਰਾਈਵਰ ਦੇ ਤੌਰ ਤੇ, ਤੂੰ ਡਰਾਈਵਰ ਹੈ ਨਾ, ਤੇਰੀ ਬੋਲੀ ਚ ਹੁਣ ਮੈਂ ਤੈਨੂੰ ਦੱਸਣਾ ਭਈ ਕੋਈ ਐਗਜ਼ਾਮਪਲ, ਕੋਈ ਦਲੀਲ ਮੈਂ ਤੈਨੂੰ ਕੈਨੇਡਾ ਦੀ ਦਿਆਂ ਜਾਂ ਤੇਰੇ ਕੈਲੀਫੋਰਨੀਆ ਅਮਰੀਕਾ ਦੀ ਕੋਈ ਦਲੀਲ ਚਾਹੀਦੀ ਹੈ? ਕਹਿੰਦਾ ਕੈਨੇਡਾ ਵੀ ਜਾਣੇ ਆਉਣੇ ਅਸੀਂ, ਜਿੱਥੋਂ ਦੀ ਮਰਜ਼ੀ ਦਲੀਲ ਦੇ ਦਿਓ। ਮੈਂ ਕਿਹਾ ਹੁਣ ਅਸੀਂ ਬੈਠੇ ਹਾਂ ਵੈਨਕੂਵਰ, ਤੂੰ ਹੁਣ ਟਰੱਕ ਲੈ ਕੇ ਵੈਨਕੂਵਰ ਸ਼ਹਿਰ ਤੋਂ ਕੈਲੀਫੋਰਨੀਆ ਜਾਣਾ ਹੈ। ਕਹਿੰਦਾ ਹਾਂਜੀ ਅਮਰੀਕਾ 'ਚ। ਕਹਿੰਦਾ ਪਤਾ ਲੱਗ ਗਿਆ ਜੀ। ਮੈਂ ਕਿਹਾ ਜਗ੍ਹਾ ਜਗ੍ਹਾ ਦੇ ਉੱਤੇ ਬੋਰਡ ਲੱਗੇ ਹੋਏ, ਉਹਨਾਂ ਬੋਰਡਾਂ ਦੇ ਉੱਤੇ ਲਿਖਿਆ ਹੋਇਆ ਇੱਥੋਂ ਕੈਲੀਫੋਰਨੀਆ ਫਲਾਣਾ ਸ਼ਹਿਰ ਇੰਨੇ ਮੀਲ, ਉਦੋਂ ਤੋਂ ਅਗਲੇ ਪਾਸੇ ਇੱਕ ਸ਼ਹਿਰ ਆਉਂਦਾ, ਉੱਥੋਂ ਦੀ ਬਾਤ ਹੈ। ਇੱਥੇ ਵੀ ਸਮਝਾਈ ਜਾ ਸਕਦੀ ਗੱਲ ਵੀ ਅਗਲੇ ਸ਼ਹਿਰ ਦਾ ਨਾਮ ਲੈ ਲੈਣਾ। ਮੈਂ ਕਿਹਾ ਹੁਣ ਵੈਨਕੂਵਰ ਤੋਂ ਚੱਲੇ, ਇੱਥੋਂ 60-70 ਕਿਲੋਮੀਟਰ ਅੱਗੇ ਗਏ, ਐਬਸਫੋਰਡ ਇੱਕ ਸ਼ਹਿਰ ਆ ਗਿਆ, ਐਬਟਸਫੋਰਡ ਇੱਕ ਸ਼ਹਿਰ ਹੈ। ਮੈਂ ਕਿਹਾ ਇਹ ਸ਼ਹਿਰ ਆ ਗਿਆ, ਅੱਗੇ ਆਇਆ। ਮੈਂ ਕਿਹਾ ਤੈਨੂੰ ਪਤਾ ਲੱਗ ਗਿਆ? ਕਹਿੰਦਾ ਹਾਂ। ਮੈਂ ਕਿਹਾ ਕਿਵੇਂ ਪਤਾ ਲੱਗਾ? ਕਹਿੰਦਾ ਬੋਰਡ ਤੇ ਲਿਖਿਆ, ਬੋਰਡ ਦੇ ਉੱਤੇ ਲਿਖਿਆ ਹੋਇਆ ਵੀ ਆਹ ਸ਼ਹਿਰ ਇੰਨੇ ਮੀਲ ਆ ਤੇ ਇਹ ਸ਼ਹਿਰ ਆ ਗਿਆ। ਮੈਂ ਕਿਹਾ ਹੁਣ ਤੂੰ ਕਿਹੜੀ ਸਟਰੀਟ ਲੈਣੀ, ਕਿਹੜਾ ਐਵਨਿਊ ਲੈਣਾ ਤੂੰ? ਆਉਂਦੇ ਬੋਰਡ। ਉਹ ਕਹਿੰਦੇ ਜੇ ਤੈਨੂੰ ਆ ਯੰਗ ਸਟਰੀਟ ਚਾਹੀਦੀ ਆ, ਆਹ ਸਟਰੀਟ ਚਾਹੀਦੀ ਆ, ਤੇ ਆ ਖੱਬੀ ਲੇਨ ਦੇ ਵਿੱਚ ਆ ਜਾਓ, ਖੱਬੀ ਲਾਈਨ 'ਚ, ਇੱਥੇ ਆਪਣੀ ਗੱਡੀ ਪਾ ਲਾ, ਇੱਧਰ ਆਪਣਾ ਟਰੱਕ ਪਾ ਲਾ। ਪਤਾ ਲੱਗ ਗਿਆ? ਕਹਿੰਦਾ ਹਾਂ। ਮੈਂ ਕਿਹਾ ਉਹ ਜਿਹੜੀ ਸਟਰੀਟ ਆ ਜਾਂ ਉਹ ਜਿਹੜੀ ਲਾਈਨ ਹੈ ਉਹ ਤੈਨੂੰ ਉੱਥੇ ਤੱਕ ਪਹੁੰਚਾ ਦਿੰਦੀ ਆ? ਕਹਿੰਦਾ ਹਾਂ ਮੈਂ ਮੰਜ਼ਿਲ ਤੇ ਪਹੁੰਚ ਗਿਆ ਸੀ। ਉਹ ਲਫ਼ਜ਼ ਵਰਤੇ ਡੈਸਟੀਨੇਸ਼ਨ, ਡੈਸਟੀਨੇਸ਼ਨ ਮੰਜ਼ਿਲ ਨੂੰ ਕਹਿੰਦੇ ਆ, ਜਿੱਥੇ ਤੁਸੀਂ ਜਾਣਾ, ਮੁਕਾਮ ਹੈ ਜਿਹੜਾ ਤੁਹਾਡਾ। ਕਹਿੰਦਾ ਮੈਂ ਆਪਣੇ ਡੈਸਟੀਨੇਸ਼ਨ ਤੇ ਬੋਰਡ ਵੱਲ ਵੇਖ ਕੇ ਪਹੁੰਚ ਗਿਆ। ਮੈਂ ਕਿਹਾ ਸਿੱਖ ਦਾ ਡੈਸਟੀਨੇਸ਼ਨ ਕੀ ਆ? 3D ਆ। ਡੀ ਇੰਗਲਿਸ਼ ਦੀ ਜਿਹੜੀ ਨਾ ਚੌਥਾ ਅੱਖਰ ABCD। ਕੋਈ ਵੀ ਸਫ਼ਰ ਤੁਸੀਂ ਕਰਨਾ, ਬੱਸ ਤੇ ਚੜਨਾ, ਰੇਲ ਤੇ ਚੜਨਾ, ਜਹਾਜ਼ ਤੇ ਚੜਨਾ, 3 Ds ਆਉਂਦੀਆਂ ਉਹਦੇ ਚ। ਹੁਣ ਸਮਝ ਲਿਓ ਜੇ ਪ੍ਰੀਤਮ ਦੇ ਦੇਸ਼ ਜਾਣਾ ਜੇ ਨਾ, ਪ੍ਰੀਤਮ ਦੇ ਦੇਸ਼ ਜਾਣਾ ਜੇ, ਰੱਬ ਦੇ ਘਰ ਜਾਣਾ ਜੇ, 3 D ਆਉਂਦੀਆਂ ਜੇ। ਪਤਾ ਕਿਹੜੀ ਕਿਹੜੀ? ਪਹਿਲੀ D ਡਿਪਾਰਚਰ, ਚੱਲਣਾ ਕਿੱਥੋਂ, ਚੱਲਣਾ ਤੁਰਨਾ ਕਿੱਥੋਂ। ਡਿਪਾਰਚਰ ਜਿੱਥੋਂ ਜਹਾਜ਼ ਚੱਲਦਾ ਵਾ, ਜਿੱਥੋਂ ਟ੍ਰੇਨ ਚੱਲਦੀ ਹੈ, ਜਿੱਥੋਂ ਬੱਸ ਚੱਲਦੀ ਹੈ, ਮੇਰਾ ਸਫ਼ਰ ਸ਼ੁਰੂ ਹੋਣਾ, ਉਹਨੂੰ ਕਹਿੰਦੇ ਡਿਪਾਰਚਰ। ਸਿੱਖਾ ਤੇਰਾ ਡਿਪਾਰਚਰ ਕੀ ਹੈ ਬਈ? ਤੂੰ ਕਿੱਥੋਂ ਤੁਰਨਾ? ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ। ਡਿਪਾਰਚਰ ਸ਼ੁਰੂ ਕਰ ਦਿਓ। ਇੱਕ ਹੈ ਡੀ ਡਿਪਾਰਚਰ, ਜਦੋਂ ਜਹਾਜ਼ 'ਚ ਬਹਿ ਗਏ, ਪਾਇਲਟ ਨੇ ਅਨਾਉਂਸ ਕੀਤਾ, ਅਨਾਉਂਸਮੈਂਟ ਹੋਈ, ਜਿੰਨੇ ਪੈਸੰਜਰ ਆ ਬੈਲਟਾਂ ਲਾ ਲਓ, ਸਾਰੇ ਬੈਲਟਾਂ ਲਾ ਲੀਆਂ ਜੀ। ਉਹ ਕਹਿੰਦਾ ਕਿਸੇ ਨੇ ਉੱਠਣਾ ਨਹੀਂਗਾ, ਮੌਸਮ ਖਰਾਬ ਆ, ਜਹਾਜ਼ ਹਿੱਲ ਰਿਹਾ। ਉਹ ਕਹਿੰਦਾ ਬੈਠੇ ਰਹਿਣਾ ਆਪਣੀਆਂ ਆਪਣੀਆਂ ਸੀਟਾਂ ਤੇ, ਕੋਈ ਰੋਟੀ ਪਾਣੀ ਖਾਣ ਵਾਸਤੇ, ਕੋਈ ਇੱਧਰ ਉੱਧਰ ਬਾਥਰੂਮ ਵਾਸਤੇ, ਕਿਤੇ ਨਹੀਂ ਉੱਠਣਾ, ਐ ਬੈਠੇ ਸਾਰੇ। ਉਹਨੂੰ ਕਹਿੰਦੇ
डी डिपार्चर शुरू हो गया, हुण जहाज च बह गए बेल्ट ला के, डी डिसिपलिन शुरू हो गया। डिसिपलिन मर्यादा, रहत की है ਜਿਹੜੀ तेरे गुरु ने तेनू रहत दसी है, मर्यादा दसी है। डिपार्चर, डिपार्चर तो बाद जे डिसिपलिन का पालन करेगा, गुरु कहता मैं तेरी जिम्मेवारी लेना, तू डेस्टिनेशन ते पहुंच जाएगा, मंजिल ते। ओदी मर्यादा जान के वे रब दे घर तक तेरी सुरत नू लै जाएगा। उत्थे सुरत रखियो। मैं उस गुरु प्यारे नू बेनती की, सजना तू बोर्ड पढ़िया? कहता हाँ। इस लाइन दे विच आ जाओ, जे इस पासे नू जाना, इस लाइन च लिखां वगियां होंदियां ना चिट्टियां सड़कां दे उत्ते, इस लेन दे विच आ जाओ, इस लाइन च इस शहर नू जाना, इस स्ट्रीट लेनी, इस लाइन च आ जाओ। मैं कहा तैनू उस डेस्टिनेशन तक, मंजिल तक किन्ने पहुंचाया? किसने पहुंचाया तैनू? कहंदा जो उत्थे बोर्ड दे उत्ते लिखिया वो मैं पढ़िया। मैं कहा तू मंजिल ते पहुंच गया? कहंदा हाँ। मैं कहा वो जिहड़ा बोर्ड लगे आ, मैं कहा बोर्ड बोलिया? आखो सतनाम श्री। वो जेड़ा बोर्ड तू पढ़िया भी आ जेड़ा जैफस्फोर्ड शहर जाना, फ्रीमौंट शहर जाना, सान फ्रांसिस्को जाना, मैं क्या बोर्ड बोलिया? सोची जा पै गया, आवाज ना आवे, आवाज ना आवे। तो जेड़े मेरे नाल सिंह बैठे उत्ते रेडियो वाले वीर जी हरप्रीत सोनी, वो कहंदे बोलो हुण भी बोर्ड बोलिया? बोल। कहंदा इहो ही सोची पिया मैं। फोन ते कहे, कहंदा मैं सोची पै गया भी वो जिहड़ा बोर्ड आ वो मैं पढ़िया पढ़िया पढ़िया, मैनू उन्हें मंजिल ते पहुंचाता जिथे मैं जाना चाहता सी, मैनू उत्थे पहुंचाता। मैं कहा मित्रा दस हुण, इदां ही मैं कहा मित्रा हुण दस। कहंदा इहदा मतलब भी वो बोर्ड ते फिर बोलिया ही आ। वो कहंदा जी, कहंदा इहदे हिसाब नाल फिर बोलिया ही आ, उन्हें मैनू पहुंचाता। मैं कहा की गुरु ग्रंथ साहब बोलदे आ? ये साध संगत सच जे मैं गुरु ग्रंथ साहब दी हजूरी च बैठा, वो कहंदा जी गुरु ग्रंथ साहब बोलदे आ। तैनू बुलाउणा आउंदा आ कि नहीं आउंदा? उन्हें दसिया जी रेडियो, अपनी हिस्टरी दसी जी उन्हें 5 मिनट। वो कहंदा मैं एक देहधारी मनदा, देहधारी उत्थे ये प्रचार कीता जांदा सी ते आ मैं कई इत्थे बंदे जिहड़े आ वो देहधारी नाल जोड़ दित्ते आ। ते इन्हां सारियां बंदियां नूं हुण मैं उच्ची आवाज विच कहना भी तुसीं सारे जकारा छड्डो इत्थे हुण ते तुसीं श्री गुरु ग्रंथ साहब सच्चे पातशाह नाल जुड़ गए जे अज तो। मैं कहा छड्डो फिर जकारा, वाजां आउण जी उन्हां दीयां रेडियो, वाजां आउण उन्हां दीयां मगरों। बोले सोनिहाल सत श्री अकाल दे जकारे छड्डण जीओ ते कहण लगे अज सानू समझ पै गई आ कि खसम दी बाणी खसम तक लै जांदी है, प्रीतम दी बाणी प्रीतम दे देश तक लै जांदी है, बशर्ते कि तैनू विश्वास ते भरोसा होए। एक होर बेनती सुनियो, जिस दे नाल गल करनी होवे ना जी, जां ते तुहाडी भाषा ओनू आउणी चाहीदी है बोली, जां ते तुहाडी बोली ओनू आउणी चाहीदी जिस नाल तुसीं गल कर रहे जे, ते जां ओनू तुहाडी बोली आउणी चाहीदी है। वो इंग्लिश बोलदा होवे ते मैं हिंदी पंजाबी, गल ते नहीं ना होनी। वो अरबी बोलदा होवे ते मैं इंग्लिश, गल ते नहीं ना बननी। रब दी बोली की आ? आखो सतनाम श्री। जपजी साहब दी बाणी च जी, जपजी साहब च गुरु नानक देव साहब रब दी बोली दसदे। बोली रब केड़ी बोली बोलदा वा? इंग्लिश बोलदा, हिंदी, अरबी, फारसी, पंजाबी। की बोलदा रब? उर्दू बोलदा। की बोलदा? धन गुरु नानक देव साहब जपजी साहब च रब दी बोली दसदे आ। कहंदे भाख्या भाओ अपार। भाख्या बोली नूं कहंदे, भाख्या दा अर्थ है बोली। रब दी बोली की है जी? भाख्या भाओ। भाओ दा अर्थ है प्रेम। रब दी बोली है प्रेम, रब दी बोली है प्यार। दुनिया दी भाषा कोई भी होवे, तेरे दिल दे विच रब दे प्रति प्यार आ ते रब दे प्यार विच भेज के तू किसे ढंग नाल भी ओदे नाल सांझ पाई आ, ओदे नाल प्रीत पा, ओदे नाल प्रेम पा। प्रेम दी बोली विच अपने दिल दियां बातां सांझियां कर, निरंकार दे घर तक जाके ओदे नाल तेरी सांझ बन जूगी। ओदी बोली बोल के वेख रब पाउणा जी। वेखो जपजी साहब दीयां पंक्तियां, अमृत वेला सच नाउ वडियाई विचार आख्या ना, अमृत वेला सच नाउ रब पाउणा जे। रब एक दलील दे सारे नूं। गुरु ग्रंथ साहब सच्चे पातशाह दी बाणी प्रीतम दे घर तक, रब दे घर तक लै जांदी। अमृत वेला सच नाउ। पर एक बेनती सुनियो, पता की हुण ते भावें साइंस
ਬਹੁਤ ਤਰੱਕੀ ਕਰ ਗਈ ਹੈ ਸਾਇੰਸ। ਪਰ ਕੁਝ ਸਮਾਂ ਪਹਿਲਾਂ ਹਾਲੇ ਵੀ ਕਦੀ ਕਦੀ ਜਿਹੜੀ ਬੇਨਤੀ ਕਰਨ ਲੱਗਾ, ਕਦੇ ਕਦੇ ਅਜੇ ਵੀ ਕੰਪਿਊਟਰ ਅੱਗੇ ਬੋਲਦਾ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਨੂੰ, ਕਦੇ ਬੰਬੇ ਕਲਕੱਤੇ ਜਾਂ ਇਥੋਂ ਅਮਰੀਕਾ ਕੈਨੇਡਾ ਕਿਤੇ ਫੋਨ ਕਰਨਾ ਹੁੰਦਾ ਸੀ ਨਾ, ਆਪਾਂ ਟੈਲੀਫੋਨ ਲਾਉਣਾ, ਅੱਗੇ ਕੰਪਿਊਟਰ ਬੋਲਦਾ ਸੀ, ਸਭੀ ਲਾਈਨੇ ਵਿਅਸਤ ਹੈ, रूट बिजी है। अजे भी कदे कदे बोल पैंदा कंप्यूटर, रूट बिजी आ, थोड़ी देर ठहर के मतलब फोन करो, वेट कर लो थोड़ी जी, रूट बिजी, सभी लाइनें व्यस्त हैं। अपने दिल दी तार रब नाल जोड़नी जे, अपने हिरदे दियां तारां, अपने अंदर दियां बातां रब नाल साझियां करनियां जे। ये जेडे संसारी टेलीफोन है तो कह देंगे सभी लाइनें व्यस्त, रूट बिजी आ, ठहर के फोन करो। ओ सजणो, रब नूं मिलना चाहुंदे जे, रब नूं, अमृत वेले सारियां लाइनां खाली हुंदियां। अमृत वेले रब नाल बातां पाउणियां दिल दियां, अमृत वेले सारियां लाइनां खाली हुंदियां जे। पता क्यों? जेडे रब नालों तोड़न वाले आ सुते हुंदे आ, ਜਿਹੜੇ ਰੱਬ ਨਾਲੋਂ ਤੋੜਨ ਵਾਲੇ ਨਾ ਉਹ ਸੁੱਤੇ ਹੁੰਦੇ ਆ, ਸਾਰੀਆਂ ਲਾਈਨਾਂ ਖਾਲੀ। ਬਹਿ ਜਾ ਚੌਂਕੜਾ ਮਾਰ ਕੇ, ਕਰਦੇ ਜਪਜੀ ਸਾਹਿਬ ਸ਼ੁਰੂ, ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਨਾਲ ਜੁੜ ਜਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਮੂਲ ਮੰਤਰ ਨਾਲ ਜੁੜ ਜਾ। ਅੰਮ੍ਰਿਤ ਵੇਲੇ ਸਾਰੀਆਂ ਲਾਈਨਾਂ ਖਾਲੀ ਆ। ਇਹ ਅਸੀਂ ਤੇ ਸਿੱਖਿਆ, ਅਸੀਂ ਤੇ ਆਪਣੇ ਗੁਰੂ ਦੀਆਂ ਬਾਤਾਂ ਪਾਉਣੀਆਂ ਹੀ ਆ। ਇੱਕ ਅੰਗਰੇਜ਼ ਵਿਦਵਾਨ ਇਹ ਗੱਲ ਲਿਖਦਾ ਜੀ, ਅੰਗਰੇਜ਼ ਬੰਦਾ, ਉਹਦਾ ਨਾਮ ਆ ਗ੍ਰੀਨ ਲੀਜ਼। ਤੁਸੀਂ ਸਾਰੇ ਸਿਆਣੇ ਪੜ੍ਹੇ ਲਿਖੇ ਬੈਠੇ ਹੋ। ਉਹਨੇ ਇੱਕ ਬਾਤ ਪਤਾ ਕੀ ਲਿਖੀ? ਗ੍ਰੀਨ ਲੀਜ਼ ਨੇ, ਉਹਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਜੀ। ਉਸਨੇ ਇੱਕ ਪੁਸਤਕ ਲਿਖੀ ਹੈ, ਹਿਸਟਰੀ ਆਫ ਦੀ ਗੁਰੂਜ਼, 10 ਪਾਤਸ਼ਾਹੀਆਂ ਦਾ ਇਤਿਹਾਸ। ਪਰ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਨਾ ਜੀ, ਗੁਰੂ ਗ੍ਰੰਥ ਸਾਹਿਬ ਇਹ ਸੱਚ ਜੇ ਦਾਸ, ਗੁਰੂ ਦੀ ਹਜ਼ੂਰੀ 'ਚ ਮੈਂ ਤੁਹਾਡੇ ਨਾਲ ਬੇਨਤੀ ਕਰ ਰਿਹਾ, ਜਿਸ ਦਿਨ ਮੈਂ ਉਹ ਬਾਤ ਉਹਦੀ ਪਹਿਲੀ ਵਾਰੀ ਪੜ੍ਹੀ ਨਾ, ਕਈ ਸਾਲ ਪਹਿਲਾਂ ਦੀ ਗੱਲ ਵਾਏ, ਜਦੋਂ ਮੈਂ ਪਹਿਲੀ ਵਾਰੀ ਉਹਦੀ ਇੱਕ ਲਾਈਨ ਸਿਰਫ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਇੱਕ ਲਾਈਨ ਸਿਰਫ, ਮੇਰੇ ਲੂਈ ਕੰਡੇ ਖੜੇ ਹੋ ਗਏ। ਉਹ ਸੱਜਣਾ, ਤੂੰ ਅੰਗਰੇਜ਼ ਵਿਦਵਾਨ, ਇੱਥੋਂ ਤੱਕ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਤੂੰ? ਅਸੀਂ ਸਿੱਖ, ਅਸੀਂ ਪ੍ਰਚਾਰਕ, ਮੈਨੂੰ ਨਹੀਂ ਪਤਾ ਅਜੇ ਤੱਕ। ਪਤਾ ਕੀ ਲਿਖਿਆ ਜੀ ਉਹਨੇ? ਕਹਿੰਦਾ ਦੁਨੀਆ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਤੇ ਗ੍ਰੰਥ ਆ, ਕਹਿੰਦਾ ਸਾਰੀ ਦੁਨੀਆ ਦੇ ਜਿੰਨੇ ਧਾਰਮਿਕ ਗ੍ਰੰਥ ਤੇ ਪੁਸਤਕਾਂ ਵਾ, ਕਹਿੰਦਾ ਇੱਕ ਪਾਸੇ, ਇਕੱਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਜੇ ਪਾਸੇ। ਕਹਿੰਦਾ ਫਰਕ ਹੋਰ ਵੀ ਬੜੇ ਹੋਣਗੇ, ਅੰਤਰ ਇਹਨਾਂ ਵਿੱਚ ਹੋਰ ਵੀ ਬੜੇ ਹੋਣਗੇ। ਉਹ ਅੰਗਰੇਜ਼ ਵਿਦਵਾਨ ਲਿਖਦਾ, ਕਹਿੰਦਾ ਮੇਰੀ ਬੁੱਧੀ ਦੇ ਮੁਤਾਬਕ, ਮੇਰੀ ਅਕਲ ਦੇ ਮੁਤਾਬਕ, ਅੱਜ ਤੱਕ ਜਿਹੜਾ ਮੈਂ ਸਭ ਤੋਂ ਵੱਡਾ ਫਰਕ, ਜਿਹੜਾ ਸਭ ਤੋਂ ਵੱਡਾ ਅੰਤਰ ਦੁਨੀਆ ਦੀਆਂ ਸਾਰੀਆਂ ਧਾਰਮਿਕ ਪੁਸਤਕਾਂ, ਗ੍ਰੰਥ, ਕਿਤਾਬਾਂ ਤੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਇਕੱਲੇ, ਇਹਨਾਂ 'ਚ ਜਿਹੜਾ ਮੈਂ ਕੱਢਿਆ, ਉਹ ਪਤਾ ਕੀ ਹੈ ਜੀ? ਇਨ ਬਿਨ ਉਹਦੇ ਬਚਨ ਤੁਹਾਡੇ ਨਾਲ ਸਾਂਝੇ ਕਰਦਾ ਜੋ ਉਹਨੇ ਲਿਖੇ। ਇਨ ਬਿਨ ਵੇਖਿਓ, ਅੰਗਰੇਜ਼ ਬੰਦਾ ਇਹਨਾਂ ਨੇੜੇ ਹੋ ਗਿਆ ਗੁਰੂ ਦੇ, ਗੁਰੂ ਗ੍ਰੰਥ ਸਾਹਿਬ ਦੇ। ਉਹਦੇ ਬੋਲ ਪਤਾ ਕੀ ਹੈ ਜੀ? ਕਹਿੰਦਾ ਅਦਰ ਰਿਲੀਜੀਅਸ ਬੁੱਕਸ, ਅਦਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿੰਨੀਆਂ ਦੁਨੀਆ ਦੀਆਂ ਧਾਰਮਿਕ ਪੁਸਤਕਾਂ, ਗ੍ਰੰਥ, ਕਿਤਾਬਾਂ ਕੀ ਕਰਦੇ ਆ ਜੀ? ਇਹ ਕਹਿੰਦਾ ਇਹ ਰੱਬ ਦੀਆਂ ਗੱਲਾਂ ਕਰਦੇ ਆ, ਰੱਬ ਦੇ ਬਾਰੇ 'ਚ ਇਹ ਗੱਲਾਂ ਕਰਦੇ ਆ। ਪੁੱਛਿਆ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਗੱਲਾਂ ਨਹੀਂ ਕਰਦਾ? ਕਹਿੰਦਾ ਨਾ, ਏਦਾਂ ਨਾ ਆਖਿਆ ਕਰੋ। ਸੁਣਿਓ ਹੁਣ ਬਚਨ ਉਹਦਾ, ਕਹਿੰਦਾ ਅਦਰ ਰਿਲੀਜੀਅਸ ਬੁੱਕਸ ਟਾਕਸ ਫਾਰ ਗੋਡ। ਦੁਨੀਆ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਵਾ, ਇਹ ਰੱਬ ਦੀਆਂ ਗੱਲਾਂ ਕਰਦੀਆਂ, ਰੱਬ ਦੇ ਬਾਰੇ 'ਚ ਗੱਲਾਂ ਕਰਦੀਆਂ। ਇਹ ਸਾਰੀਆਂ ਧਾਰਮਿਕ ਪੁਸਤਕਾਂ ਤੇ ਗ੍ਰੰਥ ਰੱਬ ਦੇ ਬਾਰੇ 'ਚ ਵਿਆਖਿਆ ਕਰਦੇ ਆ। ਪੁੱਛਿਆ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਗੱਲਾਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਰੱਬ ਦੇ ਬਾਰੇ 'ਚ ਗੱਲਾਂ ਨਹੀਂ ਕਰਦੇ? ਕਹਿੰਦਾ ਨਾ, ਮੇਰੀ ਸੋਚ ਮੁਤਾਬਕ। ਉਹ ਕਹਿੰਦਾ ਇਦਾਂ ਨਹੀਂਗਾ ਵੀ ਗੁਰੂ ਗ੍ਰੰਥ ਸਾਹਿਬ ਰੱਬ ਦੀਆਂ ਗੱਲਾਂ ਕਰਦਾ ਵਾ। ਪੁੱਛਿਆ ਫਿਰ ਗੁਰੂ ਗ੍ਰੰਥ ਸਾਹਿਬ ਕੀ ਕਰਦੇ ਆ ਜੀ? ਆ ਦੋਵੇਂ ਲਾਈਨਾਂ ਸੁਣ ਲਿਓ ਉਹਦੀ। ਕਹਿੰਦਾ ਅਦਰ ਰਿਲੀਜੀਅਸ ਬੁੱਕਸ ਟਾਕਸ ਫਾਰ ਗੋਡ ਬਟ ਸ੍ਰੀ ਗੁਰੂ ਗ੍ਰੰਥ ਸਾਹਿਬ ਟਾਕ ਟੂ ਗੋਡ। ਦੁਨੀਆ ਦੀਆਂ ਜਿੰਨੀਆਂ ਧਾਰਮਿਕ ਪੁਸਤਕਾਂ ਤੇ ਗ੍ਰੰਥ ਆ, ਸਾਰੇ ਰੱਬ ਦੀਆਂ ਗੱਲਾਂ ਕਰਦੇ ਆ, ਰੱਬ ਦੇ ਬਾਰੇ 'ਚ ਗੱਲਾਂ ਕਰਦੇ ਆ। ਦੁਨੀਆ ਦਾ ਇੱਕੋ ਇੱਕ ਵਾਹਿਦ ਗ੍ਰੰਥ ਆ ਜਿਹੜਾ ਸਿੱਧਾ ਡਾਇਰੈਕਟ ਰੱਬ ਦੇ ਨਾਲ ਗੱਲਾਂ ਕਰਦਾ ਆ, ਉਹ ਗ੍ਰੰਥ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਗਲੀ ਲਾਈਨ ਵਿੱਚ ਉਹ ਵਿਦਵਾਨ ਪਤਾ ਕੀ ਲਿਖ ਗਿਆ ਜੀ?
ਨਾਲ ਹੋਰ ਲਿਖ ਗਿਆ, ਕਹਿੰਦਾ ਬੰਦਿਆ ਜੇ ਤੂੰ ਰੱਬ ਦੇ ਬਾਰੇ 'ਚ ਕੁਝ ਜਾਣਨਾ ਚਾਹੁੰਦਾ, ਜੇ ਤੂੰ ਰੱਬ ਦੀਆਂ ਗੱਲਾਂ ਕਰਨੀਆਂ ਚਾਹੁੰਦਾ, ਰੱਬ ਦੇ ਬਾਰੇ 'ਚ ਜੇ ਕੁਝ ਤੂੰ ਜਾਣਨਾ ਚਾਹੁੰਦਾ, ਤੇ ਜਿਹੜੀਆਂ ਮਰਜ਼ੀ ਪੁਸਤਕਾਂ ਤੇ ਗ੍ਰੰਥ ਪੜ੍ਹ, ਪਰ ਜੇ ਤੂੰ ਸਿੱਧਾ ਡਾਇਰੈਕਟ ਰੱਬ ਦੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਤੇ ਸਿੱਧੀਆਂ ਡਾਇਰੈਕਟ ਰੱਬ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ, ਕਹਿੰਦਾ ਜੇ ਸਿੱਧਾ ਡਾਇਰੈਕਟ ਕੋਈ ਰੱਬ ਦੇ ਨਾਲ ਤੇਰੀਆਂ ਗੱਲਾਂ ਕਰਾ ਸਕਦਾ ਆ, ਦੁਨੀਆ ਵਿੱਚ ਇੱਕੋ ਗ੍ਰੰਥ ਆ, ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗ੍ਰੰਥ ਸਾਹਿਬ ਅੰਗਰੇਜ਼ ਵਿਦਵਾਨ ਇੱਕ ਬਾਤ ਕਹਿ ਕੇ, ਗੁਰਤਾ ਗੱਦੀ ਦਿਵਸ ਮਨਾ ਰਹੇ ਹੋ ਨਾ ਤੁਸੀਂ, ਉਹ ਬਾਤਾਂ ਵਡਿਆਈ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਕਿਉਂਕਿ ਦਾਸ ਨੇ ਆਉਣ ਵਾਲੇ ਭਲਕ ਅਗਲੇ ਦਿਨ ਕੱਲ ਨੂੰ ਵੀ ਹਾਜ਼ਰੀ ਭਰਨੀ। ਆਪਾਂ ਬੇਨਤੀ ਸੁਣਿਓ, ਭਾਵੇਂ ਸੋਢੀ ਸਾਹਿਬ ਨੇ ਹੋਰ ਵੀ ਮੈਨੂੰ ਹੁਕਮ ਕੀਤਾ ਸੀ ਇੱਕ, ਪਰ ਉਹ ਕੱਲ ਨੂੰ ਬਚਨ ਮੈਂ ਸਾਂਝੇ ਕਰਾਂਗਾ ਤੁਹਾਡੇ ਨਾਲ। ਜਦੋਂ ਗੁਰਤਾ ਗੱਦੀ ਦਿੱਤੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਨੇ, ਹਜ਼ੂਰ ਸਾਹਿਬ ਨਦੇੜ ਦੀ ਧਰਤੀ ਤੇ ਅਬਚਲ ਨਗਰ, ਉਹਨੂੰ ਆਪਾਂ ਅਬਚਲ ਨਗਰ ਵੀ ਕਹਿੰਦੇ ਆ, ਨਦੇੜ ਵੀ ਆਖਦੇ ਆ, ਹਜ਼ੂਰ ਸਾਹਿਬ ਵੀ ਕਹਿੰਦੇ ਆ। ਅਬਚਲ ਨਗਰ ਨਾਮ ਇਸ ਕਰਕੇ ਪਿਆ ਸੀ, ਜਦੋਂ ਹਜ਼ੂਰ ਸਾਹਿਬ ਉਸ ਨਦੇੜ ਦੀ ਧਰਤੀ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਵਾਕ ਲਿਆ, ਸਭ ਤੋਂ ਪਹਿਲਾ ਹੁਕਮਨਾਮਾ ਇਹ ਆਇਆ ਸੀ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਪਾਤਸ਼ਾਹ ਨੇ ਉੱਥੇ ਹੀ ਕਹਿ ਦਿੱਤਾ, ਕਹਿੰਦੇ ਅੱਜ ਤੋਂ ਇਹ ਅਬਚਲ ਨਗਰ ਹੀ ਹੋਇਆ, ਹੁਣ ਇਸ ਤੋਂ ਅੱਗੇ ਅਸੀਂ ਨਹੀਂ ਚੱਲਣਾ, ਇੱਥੇ ਹੀ ਟਿਕਾਂਗੇ। ਭਾਵ ਜਿਹੜਾ ਸਰੀਰਕ ਸਫ਼ਰ ਆ ਨਾ, ਜਿੰਨਾ ਕੀਤਾ ਹੋ ਗਿਆ, ਹੁਣ ਇੱਥੇ ਹੀ ਟਿਕਣਾ। ਉੱਥੇ ਮਹਾਰਾਜ ਫਿਰ ਜੋਤੀ ਜੋਤ ਸਮਾਏ ਕਲਗੀਧਰ ਪਾਤਸ਼ਾਹ, ਉਹਦਾ ਨਾਮ ਅਬਚਲ ਨਗਰ ਤਾਂ ਕਰਕੇ ਰੱਖ ਦਿੱਤਾ। ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਤਖਤ ਤੇ ਬਿਰਾਜਮਾਨ, ਤਖਤ ਤੇ ਸਾਰੀਆਂ ਸੰਗਤਾਂ ਦੇ ਵਿੱਚ ਬੈਠੇ ਆ ਕਲਗੀਧਰ ਪਾਤਸ਼ਾਹ। ਬੜੀ ਪਿਆਰੀ ਬਾਤ ਜੇ, ਗੁਰੂ ਸਾਹਿਬ ਜਦੋਂ ਜੋਤੀ ਜੋਤ ਵੀ ਸਮਾਉਂਦੇ ਰਹੇ ਆ ਨਾ ਜੀ, ਜੋਤੀ ਜੋਤ, ਸਿੱਖ ਕਿੱਡਾ ਪਿਆਰਾ ਹੋਊਗਾ ਸਿੱਖ। ਸਤਿਗੁਰੂ ਜੋਤੀ ਜੋਤ ਸਿੱਖ ਦੇ ਰੂਪ ਵਿੱਚ ਸਮਾਉਂਦੇ ਰਹੇ, ਸਿੱਖ ਦੇ ਰੂਪ ਵਿੱਚ। ਗੁਰੂ ਇੱਕ ਹੈ ਨਾ, ਜੋਤ ਹੈ ਨਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਅੱਜ ਇਹ ਠੀਕ ਹੈ ਆਪਾਂ ਕਹਿੰਦੇ ਗੁਰੂ ਸਾਹਿਬ ਦਾ ਜੋਤੀ ਜੋਤ ਪੁਰਬ ਕਹਿੰਦੇ ਆ ਕਲਗੀਧਰ ਪਾਤਸ਼ਾਹ ਦਾ, ਪਰ ਗੁਰਤਾ ਗੱਦੀ ਗੁਰੂ ਨਾਨਕ ਦੇਵ ਸਾਹਿਬ ਨੇ ਦੇਤੀ ਗੁਰੂ ਅੰਗਦ ਦੇਵ ਸਾਹਿਬ ਨੂੰ, ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਦੇਤੀ, ਤੇ ਗੁਰੂ ਅੰਗਦ ਦੇਵ ਹੋ ਗਏ ਸਤਿਗੁਰ। ਜੋਤ ਤੇ ਹੁਣ ਗੁਰੂ ਅੰਗਦ ਦੇ ਅੰਦਰ ਟਿਕਾਤੀ ਆ, ਤੇ ਗੁਰੂ ਨਾਨਕ ਦੇਵ ਸਾਹਿਬ ਤੇ ਹੁਣ ਸੰਗਤ 'ਚ ਬੈਠੇ ਆ, ਥੱਲੇ ਧਰਤੀ ਤੇ ਜਿੱਥੇ ਬਾਕੀ ਸੰਗਤ ਬੈਠੀ, ਉੱਥੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ। ਭਾਵ ਗੁਰਤਾ ਗੱਦੀ ਤੇ ਜਿਨ੍ਹਾਂ ਨੂੰ ਗੱਦੀ ਦੇਤੀ ਉਹ ਬਿਰਾਜਮਾਨ, ਜੋਤੀ ਜੋਤ ਸਮਾਉਣ ਤੱਕ ਉਹਦੇ 'ਚ ਵਖਵਾ। ਗੁਰਤਾ ਗੱਦੀ ਦੇਣ ਤੋਂ ਜੋਤੀ ਜੋਤ ਸਮਾਉਣ ਤੱਕ ਦਾ 1 ਦਿਨ ਹੋਵੇ, 2 ਦਿਨ ਹੋਣ, 4 ਦਿਨ ਹੋਣ, 5 ਦਿਨ ਹੋਣ, ਸਤਿਗੁਰੂ ਮਹਾਰਾਜ ਉਸ ਦਿਨ ਤੋਂ ਬਾਅਦ ਉਸ ਤਖਤ ਦੇ ਉੱਤੇ ਨਹੀਂ ਬੈਠੇ। ਮੇਰਾ ਨਹੀਂ ਆਖਿਆ, ਉਸ ਨੇ ਬੈਠਣਾ, ਕਿਉਂਕਿ ਜੋਤ ਉਹਦੇ ਅੰਦਰ ਟਿਕਾਤੀ ਆ। ਕੋਈ ਗੁਰੂ ਦੇ ਕੋਲ ਆਣ ਕੇ ਆਖੇ ਕਿ ਤੁਸੀਂ ਅਜੇ ਬੈਠੇ ਹੋ ਮਹਾਰਾਜ ਸਰੀਰ ਕਰਕੇ, ਜੋਤੀ ਜੋਤ ਨਹੀਂ ਸਮਾਏ, ਮੈਨੂੰ ਗੁਰੂ ਕੀ ਸਿੱਖੀ ਬਖਸ਼ ਦਿਓ, ਉਹ ਕਹਿੰਦੇ ਨਹੀਂ ਉਹ ਸੱਜਣਾ, ਉਹ ਬੈਠਾ ਜਿਸ ਨੂੰ ਮੈਂ ਗੁਰਤਾ ਗੱਦੀ ਦੇਤੀ ਹੈ, ਉਹਦੇ ਕੋਲ ਜਾ, ਕਿਉਂਕਿ ਜੋਤ ਉਹਦੇ ਅੰਦਰ ਇੱਕਾ ਬਾਣੀ ਇੱਕ ਗੁਰ, ਜੋਤ ਉਹ ਜੁਗਤ ਸਾਏ ਸਕਾਇਆ ਫੇਰ ਪਲਟੀਐ। ਸਿੱਖਾਂ ਨੇ ਪੁੱਛਿਆ ਮਹਾਰਾਜ ਕਲਗੀਧਰ ਪਿਤਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਤੀ ਜੇ, ਤੇ ਬਾਕੀ ਗੁਰੂ ਸਾਹਿਬਾਂ ਦੇ ਵੀ ਅਸੀਂ ਗੁਰਪੁਰਬ ਮਨਾਉਨੇ ਆ, ਸਾਰਿਆਂ ਗੁਰੂਆਂ ਦੇ, ਤੇ ਹੁਣ ਅੱਜ ਤੁਸੀਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕਰਤੀ ਹੈ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹੜਾ ਕਿਹੜਾ ਗੁਰਪੁਰਬ ਮਨਾਇਆ ਕਰੀਏ। ਕਲਗੀਧਰ ਪਾਤਸ਼ਾਹ ਨੂੰ ਪੁੱਛਦੇ ਸਿੱਖ, ਗੁਰਤਾ ਗੱਦੀ ਦੇਣ ਵੇਲੇ ਗੁਰਗੱਦੀ ਦਿਵਸ ਮਨਾ ਰਹੇ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਦਾ, ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਕਿਹੜਾ ਕਿਹੜਾ ਗੁਰਪੁਰਬ ਮਨਾਇਆ ਕਰੀਏ, ਤੇ ਕਲਗੀਧਰ ਪਾਤਸ਼ਾਹ ਮੁਸਕਰਾ ਪਏ, ਕਹਿੰਦੇ ਬਹੁਤੀ ਔਖੀ ਗੱਲ ਨਹੀਂ ਕੀ, ਇਹ ਬੜਾ ਸੌਖਾ ਜਿਹਾ ਹੀ ਹੈ ਮਸਲਾ, ਮਹਾਰਾਜ ਸਮਝਾ ਦਿਓ ਸਾਨੂੰ, ਪ੍ਰਸ਼ਨ ਹੈ ਸਾਡਾ, ਕੁਐਸਚਨ ਹੈ ਸਾਡਾ, ਉੱਤਰ ਦਿਓ। ਮਹਾਰਾਜ ਪਤਾ ਕੀ ਕਹਿੰਦੇ ਜੀ ਕਲਗੀਧਰ ਪਿਤਾ, ਕਹਿੰਦੇ ਪਹਿਲੇ ਦੇ ਵੀ 2 ਗੁਰਪੁਰਬ ਮਨਾ ਲਿਆ ਕਰੋ, ਪਹਿਲੇ ਦੇ ਵੀ, ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਹਿਲੇ ਦੇ ਵੀ 2 ਗੁਰਪੁਰਬ ਮਨਾ ਲਿਆ ਕਰੋ, ਤੇ ਜਿਨ੍ਹਾਂ ਨੂੰ ਅੱਜ ਗੁਰਤਾ ਗੱਦੀ ਦਿੱਤੀ ਅਖੀਰਲੇ ਗੁਰੂ ਗ੍ਰੰਥ ਸਾਹਿਬ, ਇਹਨਾਂ ਦੇ ਵੀ 2 ਗੁਰਪੁਰਬ ਮਨਾ ਲਿਆ ਕਰੋ, ਤੇ ਬਾਕੀਆਂ ਦੇ 3-3 ਮਨਾ ਲਿਆ ਕਰੋ, 3-3। ਤੇ ਬੇਨਤੀ ਕਰਾਂ ਮਨਾਉਂਦੇ ਵੀ ਆਪਾਂ ਇਹੋ ਹੀ ਆ, ਇਹੋ ਹੀ ਮਨਾਉਣੇ ਜਿਹੜੇ ਮੈਂ ਬੇਨਤੀ ਕਰਨ ਲੱਗਾ ਵਾਂ, ਪਰ ਇਹ ਸਿਰਫ ਵਿਚਾਰ ਚੱਲ ਰਹੀ ਤਾਂ ਆਪਾਂ ਨੂੰ ਪਤਾ ਲੱਗਣਾ। ਕਹਿੰਦੇ ਪਹਿਲੇ ਦੇ ਵੀ 2 ਗੁਰਪੁਰਬ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ, ਤੇ ਇਹਨਾਂ ਦੇ ਵੀ 2 ਹੀ ਗੁਰੂ ਗ੍ਰੰਥ ਸਾਹਿਬ ਦੇ ਵੀ, ਕਹਿੰਦੇ ਬਾਕੀਆਂ ਦੇ 3-3 ਜਿਹੜੇ ਵਿੱਚ ਸਤਿਗੁਰੂ ਸਾਹਿਬਾਨ ਨੇ, ਮਹਾਰਾਜ ਬਾਕੀਆਂ ਦੇ 3-3
ਕਹਿੰਦੇ ਹਾਂ ਤੁਸੀਂ ਮਨਾਉਂਦੇ ਹੀ ਹੋ ਤਿੰਨ। ਮਹਾਰਾਜ ਸਾਰੀਆਂ ਸੰਗਤਾਂ ਨੂੰ ਦੱਸ ਦਿਓ। ਕਹਿੰਦੇ ਜਿਨ੍ਹਾਂ ਦੇ ਹੁਣ ਤਿੰਨ ਮਨਾਉਣੇ ਆ ਜੀ, ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਲੈ ਕੇ ਤੇ ਕਲਗੀਧਰ ਪਿਤਾ ਤੱਕ ਹੋ ਗਏ ਨਾ ਜੀ। ਉਹ ਇੱਕ ਆਗਮਨ ਪੁਰਬ ਪ੍ਰਕਾਸ਼ ਦਿਹਾੜਾ, ਤੇ ਦੂਜਾ ਹੋ ਗਿਆ ਗੁਰਤਾ ਗੱਦੀ ਦਿਵਸ। ਇੱਕ ਤੇ ਉਸ ਦਿਨ ਜਿਸ ਦਿਨ ਪ੍ਰਕਾਸ਼ ਹੋਇਆ ਮਹਾਰਾਜ ਦਾ ਆਗਮਨ, ਦੂਸਰਾ ਹੋ ਗਿਆ ਗੁਰਤਾ ਗੱਦੀ ਦਿਵਸ ਜਿਸ ਦਿਨ ਮਹਾਰਾਜ ਨੂੰ ਗੁਰਗੱਦੀ ਮਿਲੀ, ਤੇ ਤੀਜਾ ਹੋ ਗਿਆ ਜੋਤੀ ਜੋਤ ਸਮਾਉਣ ਦਾ ਪੁਰਬ। ਇਹੋ ਹੀ ਮਨਾਉਨੇ ਆਪਾਂ, ਪ੍ਰਕਾਸ਼ ਦਿਹਾੜਾ, ਗੁਰਤਾ ਗੱਦੀ ਤੇ ਜੋਤੀ ਜੋਤ। ਕਹਿੰਦੇ ਮਹਾਰਾਜ ਇਹ ਵੀ ਪਤਾ ਲੱਗਾ ਤੇ ਪਹਿਲੇ ਦੇ ਦੋ ਹੀ ਆ ਗੁਰੂ ਨਾਨਕ ਦੇਵ ਸਾਹਿਬ ਦੇ। ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇੱਕ ਮਨਾਇਆ ਕਰਨਾ ਪ੍ਰਕਾਸ਼ ਦਿਹਾੜਾ ਆਗਮਨ ਪੁਰਬ, ਆ ਜਿਹੜਾ 6 ਨਵੰਬਰ ਨੂੰ ਆ ਰਿਹਾ ਹੈ। ਗੁਰੂ ਨਾਨਕ ਦੇਵ ਸਾਹਿਬ ਦਾ ਇੱਕ ਆਗਮਨ ਪੁਰਬ ਪ੍ਰਕਾਸ਼ ਦਿਹਾੜਾ, ਤੇ ਦੂਜਾ ਗੁਰੂ ਨਾਨਕ ਦਾ ਜੋਤੀ ਜੋਤ। ਕਹਿੰਦੇ ਗੁਰੂ ਨਾਨਕ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਉਣਾ। ਕਿਉਂ? ਉਹਨਾਂ ਨੂੰ ਦੁਨੀਆ 'ਚ ਕਿਸੇ ਗੁਰਤਾ ਗੱਦੀ ਨਹੀਂ ਦਿੱਤੀ, ਧੁਰੋਂ ਲੈ ਕੇ ਆਇਆ। ਧੁਰੋਂ ਜਦੋਂ ਤੋਂ ਪ੍ਰਗਟਿਆ ਵਾ ਉਦੋਂ ਤੋਂ ਹੀ ਸਤਿਗੁਰ ਮਨਾਇਆ ਜਾਂਦਾ। ਕਿਤੇ ਗੁਰਗੱਦੀ ਦਿਵਸ ਗੁਰੂ ਨਾਨਕ ਦੇਵ ਜੀ ਦੇ ਨਹੀਂ ਨਾ, ਦੋ ਹੀ ਮਨਾਉਂਦੇ ਜਨ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵੀ ਦੋ। ਕਹਿੰਦੇ ਇਹਨਾਂ ਦਾ ਇੱਕ ਮਨਾ ਲਿਆ ਕਰੋ ਪਹਿਲਾ ਪ੍ਰਕਾਸ਼ ਉਤਸਵ, ਜਿਹੜਾ ਆਪਾਂ 1 ਸਤੰਬਰ ਨੂੰ ਮਨਾਉਨੇ ਆ। ਕਹਿੰਦੇ ਇਹਨਾਂ ਦਾ ਮਨਾ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ, ਜਿਸ ਦਿਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਨ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ। ਤੇ ਕਹਿੰਦੇ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਮਨਾ ਲਿਆ ਕਰਿਓ ਗੁਰਤਾ ਗੱਦੀ ਦਿਵਸ, ਗੁਰਗੱਦੀ ਦਿਵਸ, ਜਿਹੜਾ ਹੁਣ ਆਪਾਂ ਇਹਨਾਂ ਦਿਨਾਂ 'ਚ ਮਨਾ ਰਹੇ ਹਾਂ। ਦੋ ਹੀ, ਪਹਿਲਾ ਪ੍ਰਕਾਸ਼ ਉਤਸਵ ਤੇ ਗੁਰਗੱਦੀ ਦਿਵਸ। ਕਹਿੰਦੇ ਸਿੱਖੋ ਖਾਲਸਾ ਜੀ, ਕਿਤੇ ਭੁੱਲ ਕੇ ਵੀ, ਕਿਤੇ ਭੁਲੇਖੇ ਨਾਲ ਵੀ ਕਿਤੇ ਗਲਤੀ ਨਾ ਖਾ ਲਿਓ। ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਨਹੀਂ ਮਨਾਉਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਜੋਤੀ ਜੋਤ ਸਮਾਉਣਾ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੁਹਾਡਾ ਜੁਗਾਂ ਤੱਕ ਰਹਿਣ ਵਾਲਾ ਜੁਗੋ ਜੁਗ ਅਟਲ ਸਤਿਗੁਰੂ ਹੋਏਗਾ, ਜਿਸ ਦੇ ਅੱਜ ਤੁਹਾਨੂੰ ਚਰਨਾਂ ਨਾਲ ਜੋੜ ਦਿੱਤਾ ਹੈ। ਇਹਦੇ ਤੋਂ ਬਾਅਦ ਸਿੱਖਾਂ ਦਾ ਹੋਰ ਕੋਈ ਗੁਰੂ ਨਹੀਂ, ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਉਸ ਵਕਤ ਬਚਨ ਕਹੇ, ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸੇ ਵਿਸ਼ੇ ਤੇ ਗੁਰੂ ਮਾਨਿਓ ਗ੍ਰੰਥ ਦੇ ਟੌਪਿਕ ਤੇ ਕੱਲ ਨੂੰ ਅੱਗੇ ਇਸੇ ਵਕਤ ਫਿਰ ਵਿਚਾਰਾਂ ਸ਼ੁਰੂ ਕਰਾਂਗੇ। ਕੋਈ ਕਿਣਕਾ ਕਿਤੇ ਸਾਡੇ ਦਿਲਾਂ ਵਿੱਚ, ਸਾਡੇ ਮਨਾਂ ਵਿੱਚ ਵਸ ਜਾਏ, ਤਾਂ ਕਿ ਨਾਮ ਬਾਣੀ ਨਾਲ, ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦਰ ਦਾ ਨੇਮ ਪ੍ਰੇਮ ਸਾਡਾ ਵੀ ਬਣ ਜਾਏ। ਅਸੀਂ ਵੀ ਸਾਹਿਬ ਦੀ ਹਜ਼ੂਰੀ ਵਿੱਚ ਮਿਲ ਬੈਠ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਕੋਟਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਰਹਿਮਤ ਕਿਰਪਾ ਨਾਲ ਸਾਰੀਆਂ ਸੰਗਤਾਂ 'ਚ ਮਿਲ ਬੈਠ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਸਾਰੀਆਂ ਸੰਗਤਾਂ ਦਾ ਸਤਿਕਾਰਯੋਗ ਸਮੂਹ ਪ੍ਰਬੰਧਕ ਸਾਹਿਬਾਨਾਂ ਦਾ, ਸੋਢੀ ਸਾਹਿਬ ਜੀ ਸਾਰਿਆਂ ਦਾ, ਸਰਦਾਰ ਗੁਰਬਚਨ ਸਿੰਘ ਜੀ, ਮੈਨੇਜਰ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਹੁਰੀ, ਸਮੁੱਚੇ ਰੂਪ ਵਿੱਚ ਜਿੱਥੇ ਸਾਰਿਆਂ ਦਾ ਧੰਨਵਾਦ। ਉਹਦੇ ਅਤੀ ਸਤਿਕਾਰਯੋਗ ਸਾਡੇ ਮਾਤਾ ਜੀ, ਸਤਿਕਾਰਯੋਗ ਸਰਦਾਰ ਮਤਾਬ ਸਿੰਘ ਜੀ, ਜਿਹੜੇ ਸਰੀਰ ਕਰਕੇ ਅੱਜ ਸਾਡੇ ਚ ਨੇ। ਮਾਤਾ ਬਲਦੇਵ ਕੌਰ ਜੀ ਬੜਾ ਸਨੇਹ ਕਰਦੇ ਸਨ। ਜਿਹੜੀ ਤੁਹਾਡੇ ਨਾਲ ਦਾਸ ਦੀ ਸਾਂਝ ਬਣੀ ਹੈ ਨਾ, ਪ੍ਰਬੰਧਕ ਸਾਹਿਬਾਨ ਸਾਰੀਆਂ ਸੰਗਤਾਂ, ਇਹ ਉਸ ਜੋ ਸਰੀਰ ਕਰਕੇ ਸਾਡੇ ਵਿੱਚ ਨਹੀਂ, ਉਸ ਮਹਾਨ ਆਤਮਾ ਦੀ ਬਦੌਲਤ ਆਏ। ਉਹਨਾਂ ਦਾ ਪਿਆਰ ਅੱਜ ਵੀ ਸਾਡੇ ਰੋਮ ਰੋਮ ਚ ਤੇ ਦਿਲ ਵਿੱਚ ਸਮੋਇਆ ਵਾ। ਮੇਰਾ ਸਤਿਗੁਰੂ ਰਹਿਮਤ ਕਰੇ। ਇਹੋ ਜਿਹੀਆਂ ਆਤਮਾ ਕਦੇ ਕਦੇ ਧਰਤੀ ਤੇ ਪੈਦਾ ਹੁੰਦੀਆਂ, ਪਰ ਹੇ ਵਾਹਿਗੁਰੂ ਅਰਦਾਸ ਕਰਦੇ ਕਰਿਆ ਕਰੋ, ਇਹੋ ਜਿਹੀਆਂ ਪਵਿੱਤਰ ਨਿਰਮਲ ਆਤਮਾ ਹੋਰ ਵੀ ਦੁਨੀਆ ਵਿੱਚ ਭੇਜ। ਗੁਰੂ ਨਾਲ ਜੁੜੇ ਆਪ ਜਪੋ, ਅਵਰਾ ਨਾਮ ਜਪਾਵੋ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ, ਸਰਬੱਤ ਦਾ ਭਲਾ ਮੰਗਣ ਵਾਲੀਆਂ ਉਹ ਸ਼ਖਸੀਅਤਾਂ ਹੋਰ ਵੀ ਦੁਨੀਆ 'ਚ ਭੇਜ, ਤਾਂ ਕਿ ਸਮਾਜ ਦਾ, ਸੰਸਾਰ ਦਾ ਹੋਰ ਵੀ ਭਲਾ ਹੋਏ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਰ ਵੀ ਸੰਸਾਰ ਜਗਤ ਵਿੱਚ ਵਧੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਏ ਹੋਏ ਮਹਾਂਪੁਰਸ਼ਾਂ ਨੂੰ ਤੇ ਗੁਰੂ ਪਿਆਰੇ ਕੀਰਤਨੀਆਂ ਨੂੰ ਦਾਸ ਵੱਲੋਂ ਜੀ ਆਇਆਂ, ਭੁੱਲਾਂ ਚੁੱਕਾਂ ਦੀ ਮੁਆਫੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।